गुण गावो। श्री अर्जन बिघ्नन के नाशक, बिघ्नन के नाशक। श्री हर गोबिंद शोभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बाहोरी। गुरु तेग बहादुर परम कृपाला, परम कृपाला। श्री गुरु गोबिंद सिंह बिसाला। धरों धरा पर पुन पुन सीसा, पुन पुन सीसा। बंद हो बार बार जगदीशा। जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। सतगुर मम बेरी कटहो, निज बेरी परचार। एह बेरी होए भव सफल, बिन बेरी कर पार। एक अंकारा सतगुरु, तेह प्रसाद सच होए। वाहिगुरु जी की फतेह। बिघ्न विनाशन सोए। धन धन सच्चे पातशाह, गरीब नवाज, अंतरजामी, दीन दुनिया दे मालिक, चबर छत्र तखत दे मालिक, राजन के राजा, महाराजन के महाराजा, लोक परलोक के रक्षक, शब्दा अवतार, दीन दयाल कृपाल, अंतरजामी, पूरन पार ब्रह्म परमेश्वर, सुखां दे सागर सच्चे पातशाह। वाहिगुरु अकाल पुरख सबरूप सच्चे पातशाह अपने दासां दी, गरीबां दी सदा ही इज्जत पत रखण वाले, मेहरां करन वाले, बख्शिशां करन वाले सच्चे पातशाह। धन धन सतगुरु सच्चे पातशाह जी महाराज। धन धन सतगुरु श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्रेम नाल सब संगतां उचारण करो जी। धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। हजूर सच्चे पातशाह महाराज जी दी पवित्र हाजूरी दे अंदर सुभाईमान गुरु की साजी नवाजी, गुरु जी दा खास रूप, गुरु प्यारी संगत जीओ, आप जी महाराज जी दी हजूरी विच गुरबाणी दा अमृतमई रसमई कीर्तन सुन रहे सी। धन धन तू माता देवकी, जे ग्रह प्रगटे रमैया कमलापति। धन धन बन खंड बृंदाबना, जह खेले श्री नारायणा। सतगुर जी दी अमृतमई गुरबाणी जी दा कीर्तन सरवण कीता। हुण आओ बड़े ही प्रेम नाल सारी संगत दोवें हथ जोड़ के गज के फतेह बुलाओ जी। वाहिगुरु जी का खालसा, वाहिगुरु जी की फतेह। फिर आखो जी, वाहिगुरु जी का खालसा, वाहिगुरु जी की फतेह। सच्चे पातशाह महाराज जी दी पवित्र हाजूरी दे अंदर आप समूह संगतां ने जिथे गुरु जी दे दर्शन कीते ने, उत्थे कुछ समा जुड़ के बैठण दा सुभाग समा सानू सारियां नू बख्शिश होया है। संगत जी, आप जी गुरु छेवें पातशाह महाराज जी की कथा सुन रहे सी। हर रोज़ कथा सुनन वालियां नूं बहुत ज्ञान की प्राप्ति हुंदी है जी।
ਬਹੁਤ ਕੁਝ ਉਹਨਾਂ ਨੂੰ ਪਤਾ ਲੱਗਦਾ। ਆਮ ਪੁਰਸ਼ਾਂ ਨੂੰ ਜਿਸ ਇਤਿਹਾਸ ਦਾ ਨਹੀਂ ਪਤਾ ਹੁੰਦਾ ਜੀ, ਹਰ ਰੋਜ਼ ਗੁਰੂ ਕੇ ਪ੍ਰੇਮੀ ਜਦੋਂ ਆਉਂਦੇ ਨੇ, ਕਥਾ ਸੁਣਦੇ ਨੇ, ਬਹੁਤ ਸਾਰੀਆਂ ਐਸੀਆਂ ਬਾਤਾਂ ਦਾ ਪਤਾ ਲੱਗਦਾ ਹੈ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੋਤਰੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਾਬਾ ਆਨੰਦ ਜੀ, ਉਹਨਾਂ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਿੱਠੀ ਲਿਖ ਕੇ ਬੁਲਾਇਆ। ਬਾਬਾ ਜੀ ਚਿੱਠੀ ਪੜ੍ਹ ਕੇ ਬੜੀ ਖੁਸ਼ੀ ਦੇ ਨਾਲ ਸਤਿਗੁਰਾਂ ਦੇ ਕੋਲ ਗਏ, ਪਾਲਕੀ ਵਿੱਚ ਸੱਜ ਕੇ ਜੀ। ਬੜਾ ਹੀ ਤਿਆਗੀ ਬੈਰਾਗੀ ਜੀਵਨ ਸੀ ਬਾਬਾ ਜੀ ਦਾ। ਪਾਲਕੀ ਵਿੱਚ ਚੜ੍ਹਨ ਤੇ ਨਾ, ਪਰ ਜਦੋਂ ਬਾਬਾ ਗੜੀਆ ਜੀ ਨੇ ਆਖਿਆ ਵੀ ਤੁਹਾਨੂੰ ਬੈਠਣਾ ਹੀ ਪਏਗਾ, ਗੁਰੂ ਜੀ ਦਾ ਹੁਕਮ ਹੈ, ਫਿਰ ਬਾਬਾ ਗੜੀਆ ਜੀ ਪਾਲਕੀ ਦੇ ਵਿੱਚ ਬਾਬਾ ਗੜੀਆ ਜੀ ਦੀ ਬੇਨਤੀ ਮੰਨ ਕੇ ਤੇ ਬਾਬਾ ਆਨੰਦ ਜੀ ਪਾਲਕੀ ਵਿੱਚ ਸੱਜ ਗਏ ਜੀ। ਹਾਂਜੀ, ਆਪ ਜੀ ਨੇ ਗੁਰੂ ਘਰ ਦਾ ਇਤਿਹਾਸ ਸੁਣਿਆ। ਜਦੋਂ ਕੀਰਤਪੁਰ ਸਾਹਿਬ ਦੇ ਨੇੜੇ ਆਏ, ਉਸ ਪਾਲਕੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਮੋਢਾ ਦਿੱਤਾ ਜੀ। ਬਾਬਾ ਆਨੰਦ ਜੀ ਨੇ ਪਾਲਕੀ ਵਿੱਚੋਂ ਹੀ ਛਾਲ ਮਾਰ ਦਿੱਤੀ, ਮੇਰੇ ਵਿੱਚ ਏਡੀ ਯੋਗਤਾ ਨਹੀਂ ਹੈਗੀ, ਦਾਸਾਂ ਦੀ ਪਾਲਕੀ ਨੂੰ ਮਾਲਕ ਨਹੀਂ ਮੋਢਾ ਦਿੰਦੇ ਜੀ। ਜਾ ਕੇ ਘੁੱਟ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਫੜ ਲਏ। ਮਹਾਰਾਜ ਨੇ ਛਾਤੀ ਨਾਲ ਲਾਇਆ, ਸੀਨੇ ਨਾਲ ਲਾਇਆ, ਜੋ ਬਚਨ ਹੋਏ ਉਹ ਆਪ ਜੀ ਨੇ ਸੁਣੇ ਜੀ। ਮਹਾਰਾਜ ਆਪਣੇ ਆਸਣ ਤੇ ਲੈ ਕੇ ਬੜੀ ਸੋਹਣੀ ਵਿਛਾਈ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਪੋਤਰੇ ਨੂੰ ਬਾਬਾ ਆਨੰਦ ਜੀ ਨੂੰ ਬਿਠਾਇਆ। ਅੱਜ ਹੀ ਗੁਰਮੁਖ ਪਿਆਰੇ ਗੋਇੰਦਵਾਲ ਸਾਹਿਬ ਤੋਂ ਹੋ ਕੇ ਆਏ। ਉਹ ਕਹਿੰਦੇ ਕੱਲ ਪ੍ਰਸੰਗ ਸੁਣ ਕੇ ਉੱਥੇ ਗਏ ਤੇ ਜਦੋਂ ਉਹਨਾਂ ਨੂੰ ਪੁੱਛਿਆ, ਉੱਥੇ ਸੇਵਾ ਕਰਨ ਵਾਲਿਆਂ ਨੂੰ ਨਹੀਂ ਪਤਾ ਹੈਗਾ ਵੀ ਬਾਬਾ ਆਨੰਦ ਜੀ ਵੀ ਕੋਈ ਹੋਏ ਜੀ। ਕਮਾਲ ਦੀ ਗੱਲ ਇਹ ਹੈ। ਹਾਂਜੀ, ਇਸ ਕਰਕੇ ਜਿਹੜਾ ਬੰਦਾ ਰੋਜ਼ ਸੁਣੇਗਾ ਉਹਨੂੰ ਬਹੁਤ ਗੱਲਾਂ ਦਾ ਪਤਾ ਲੱਗਣ ਲੱਗ ਪੈਂਦਾ ਜੀ। ਜਿਹੜੇ ਸੇਵਾਦਾਰ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਅਸੀਂ ਤਾਂ ਪਹਿਲੀ ਵਾਰੀ ਸੁਣਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਵੀ ਕੋਈ ਪੋਤਰਾ ਸੀਗਾ ਜੀ। ਕਹਿੰਦੇ ਸੁਣਿਆ ਹੀ ਪਹਿਲੀ ਵਾਰੀ ਹੈ ਜੀ, ਐਸੀਆਂ ਫੌਜਾਂ ਵੀ ਹੈਗੀਆਂ ਜੀ। ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਆਨੰਦ ਜੀ ਦਾ, ਸਤਿਗੁਰੂ ਜੀ ਦੇ ਪੋਤਰੇ ਦਾ ਬਹੁਤਾ ਸਤਿਕਾਰ ਕੀਤਾ, ਬਹੁਤਾ ਸਤਿਕਾਰ ਕੀਤਾ। ਤੇ ਜਦੋਂ ਆਪ ਜੀ ਨੇ ਸੁਣਿਆ, ਮਹਾਰਾਜ ਨੇ ਸਿੱਖਾਂ ਨੂੰ ਆਖਿਆ, ਭਾਈ ਬਾਬਾ ਆਨੰਦ ਜੀ ਆਏ ਨੇ ਤੇ ਸਾਰੀਆਂ ਸੰਗਤਾਂ ਇੱਥੇ ਪਹੁੰਚੋ ਜੀ, ਖਾਲੀ ਹੱਥ ਕੋਈ ਵੀ ਨਾ ਆਵੇ। ਬਾਬਾ ਆਨੰਦ ਜੀ ਦੇ ਅੱਗੇ ਮਾਇਆ ਦਾ ਵੱਡਾ ਢੇਰ ਲੱਗ ਗਿਆ ਜੀ, ਵੱਡਾ ਢੇਰ ਜੀ। ਬਾਬਾ ਆਨੰਦ ਜੀ ਨੂੰ ਜਦੋਂ ਸਤਿਗੁਰੂ ਜੀ ਨੇ ਆਖਿਆ ਵੀ ਇਹ ਮਾਇਆ ਰੱਖ ਲਓ, ਤੇ ਬਾਬਾ ਆਨੰਦ ਜੀ ਨੇ ਉਸੇ ਵੇਲੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਮਾਇਆ ਨੂੰ ਤੁਸੀਂ ਵਰਤ ਸਕਦੇ ਹੋ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ, ਮੈਂ ਇਸ ਮਾਇਆ ਨੂੰ ਦਲਿੱਦਰ ਦਾ ਰੂਪ ਸਮਝਦਾ। ਜਿੰਨੀ ਜ਼ਿਆਦਾ ਇਕੱਠੀ ਹੋਵੇਗੀ ਉਹਨੇ ਸੁੱਖ ਵਧੀ ਜਾਣਗੇ, ਉਹਨਾਂ ਫਿਰ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਜਾਏਗਾ ਜੀ। ਇਹ ਵੀ ਗੁਰਮੁਖਾਂ ਦੀ ਅਵਸਥਾ। ਵੈਸੇ ਸਤਿਗੁਰਾਂ ਨੇ ਬਾਣੀ ਵਿੱਚ ਇੱਕ ਕਿਰਪਾ ਕੀਤੀ ਹੈ। ਗੱਜ ਕੇ ਸਾਰੀ ਸੰਗਤ ਆਖੋ ਵਾਹਿਗੁਰੂ ਵਾਹਿਗੁਰੂ। ਗੁਰਮੁਖਾਂ ਕੋਲ ਵੀ ਮਾਇਆ ਆ ਜਾਂਦੀ ਹੈ ਸੰਗਤ ਜੀ, ਪਰ ਗੁਰਮੁਖ ਜਿਹੜੇ ਗੁਰੂ ਵੱਲ ਮੁੱਖ ਰੱਖਦੇ ਨੇ, ਜਿਹੜੇ ਵਾਹਿਗੁਰੂ ਜੀ ਦਾ ਨਾਮ ਜਪਦੇ, ਉਹਨਾਂ ਦਾ ਸਾਰਾ ਕੁਝ ਪਵਿੱਤਰ ਹੋ ਜਾਂਦਾ ਜੀ। ਹਾਂਜੀ, ਗੁਰਮੁਖ ਸਭ ਪਵਿੱਤ ਹੈ, ਧਨ ਸੰਪੈ ਮਾਇਆ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸਾਰੰਗ ਦੀ ਵਾਰ ਵਿੱਚ। ਗੁਰਮੁਖ ਸਭ ਪਵਿੱਤ ਹੈ, ਧਨ ਸੰਪੈ ਮਾਇਆ। ਗੁਰਮੁਖ ਕੋਲ ਜਿਹੜੀ ਮਾਇਆ ਹੈ ਉਹ ਵੀ ਪਵਿੱਤਰ ਹੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਧਨ ਸੰਪੈ ਮਾਇਆ। ਹਾਂਜੀ, ਹਰ ਅਰਥ ਜੋ ਖਰਚਦੇ ਦੇਂਦੇ ਸੁਖ ਪਾਇਆ। ਕਿਉਂ? ਉਹਨਾਂ ਨੇ ਹਰੀ ਅਰਥ ਖਰਚਣੇ ਜੀ, ਆਪਣੇ ਸੁੱਖਾਂ ਵਾਸਤੇ ਨਹੀਂ ਇੰਨੀ ਖਰਚਣੀ ਜਿੰਨੀ ਰੱਬ ਵਾਸਤੇ ਖਰਚਣੀ। ਰੱਬ ਦੇ ਪਿਆਰਿਆਂ ਨੂੰ ਮਾਇਆ ਦੇ ਕੇ ਮਾਇਆ ਸਫਲੀ ਕਰ ਲੈਣੀ ਜੀ। ਧਿਆਨ ਨਾਲ ਸੁਣਿਓ, ਹਰ ਅਰਥ ਜੋ ਖਰਚਦੇ ਦੇਂਦੇ ਸੁਖ ਪਾਇਆ। ਅੱਗੋਂ ਮਹਾਰਾਜ ਕਿਰਪਾ ਕਰਦੇ, ਜੋ ਹਰ ਨਾਮ ਧਿਆਏਂਦੇ ਤਿਨ ਤੋਟ ਨਾ ਆਇਆ। ਗੱਜ ਕੇ ਆਖੋ ਵਾਹਿਗੁਰੂ। ਜਿਹੜੇ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੇ ਪਦਾਰਥਾਂ ਦੀ ਮਾਇਆ ਦੀ ਤੋਟ ਨਹੀਂ ਜੀ ਆਉਂਦੀ ਜੀ। ਹਾਂਜੀ, ਉਹਨਾਂ ਕੋਲ ਐਸੀ ਗੱਲ ਨਹੀਂ ਵੀ ਮਾਇਆ ਦੀ ਕਮੀ ਹੁੰਦੀ। ਵੇਖੋ ਨਾ ਜੀ, ਸੰਸਾਰੀ ਬੰਦਾ ਜਿਸ ਮਾਇਆ ਦੇ ਪਿੱਛੇ ਤੁਰਿਆ ਫਿਰਦਾ, ਮੈਨੂੰ ਮਿਲ ਜੇ, ਮੈਨੂੰ ਮਿਲ ਜੇ। ਜਿਉਂ ਬੰਦਾ ਸਵੇਰੇ ਘਰੋਂ ਬਾਹਰ ਨਿਕਲਦਾ ਜੀ, ਸਾਰੀ ਦਿਹਾੜੀ ਵਿਚਾਰਾ ਮਾਇਆ ਵਾਸਤੇ ਹੀ ਕੰਮ ਕਰ ਰਿਹਾ ਜੀ। ਕੋਈ ਲਗਾਤਾਰ ਖਲੋ ਕੇ ਕੰਮ ਕਰ ਰਿਹਾ, ਕੋਈ ਬੈਠ ਕੇ ਕਰ ਰਿਹਾ, ਕੋਈ ਚੱਲ ਕੇ ਕਰ ਰਿਹਾ।
ਬੰਦਾ ਦੁਨੀਆ ਵਾਲੀ ਮਾਇਆ ਇਕੱਠੀ ਕਰਨ ਨੂੰ ਤੁਰਨ ਦਿਆ ਜੀ। ਰੱਬ ਦੇ ਪਿਆਰੇ ਇੱਕ ਥਾਂ ਤੇ ਬੈਠੇ ਭਜਨ ਕਰੀ ਜਾਂਦੇ ਜੀ, ਉਹਨਾਂ ਨੂੰ ਉੱਥੇ ਹੀ ਤੋਟ ਕੋਈ ਨਹੀਂ ਆਉਂਦਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਨਾਮ ਦੀ ਵਡਿਆਈ, ਜੋ ਹਰ ਨਾਮ ਧਿਆਇਂਦੇ ਤਿਨ ਤੋਟ ਨਾ ਆਇਆ। ਅੱਗੋਂ ਸੁਣੋ, ਗੁਰਮੁਖਾਂ ਨਦਰੀ ਆਬਦਾ ਮਾਇਆ ਸੁੱਟ ਪਾਇਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰਮੁਖਾਂ ਨੂੰ ਕੋਲ ਮਾਇਆ ਦੀ ਕਮੀ ਕੋਈ ਨਹੀਂ ਹੈਗੀ, ਪਰ ਉਹ ਤਿਆਗ ਦੇ ਪਤਾ ਕਿਉਂ ਜੀ? ਗੁਰਮੁਖਾਂ ਨਦਰੀ ਆਮਦਾ। ਗੁਰਮੁਖਾਂ ਨੂੰ ਇਹ ਗੱਲ ਵੇਖ ਪੈਂਦੀ ਹੈ ਵੀ ਇਸ ਮਾਇਆ ਵਿੱਚ ਸਦਾ ਸੁੱਖ ਨਹੀਂ ਹੈਗੇ ਜੀ। ਸਦਾ ਸੁੱਖ ਕਾਹਦੇ ਵਿੱਚ ਹੈ? ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ। 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 ਗੁਰਮੁਖੋ, ਰੱਬ ਦੇ ਪਿਆਰਿਆਂ ਨੂੰ ਨਾਮ ਜਪ ਜਪ ਕੇ ਇਹ ਗੱਲ ਮਹਿਸੂਸ ਹੋ ਜਾਂਦੀ ਹੈ ਵੀ ਮਾਇਆ ਵਿੱਚ, ਬਾਹਰੀ ਪਦਾਰਥਾਂ ਵਿੱਚ ਸਦਾ ਸੁੱਖ ਨਹੀਂ ਹੈਗੇ ਜੀ। ਇਸ ਕਰਕੇ ਗੁਰਮੁਖਾਂ ਨਦਰੀ ਆਮਦਾ, ਉਹਨਾਂ ਦੀ ਦ੍ਰਿਸ਼ਟੀ 'ਚ ਇਹ ਗੱਲ ਆ ਜਾਂਦੀ ਹੈ। ਫਿਰ ਮਾਇਆ ਸੁੱਟ ਪਾਇਆ, ਉਹ ਮਾਇਆ ਨੂੰ ਤਿਆਗ ਵੀ ਦਿੰਦੇ ਜੀ। ਫਿਰ ਜੀ ਆਮ ਬੰਦੇ ਵਾਸਤੇ ਨਹੀਂ, ਇਹ ਨਾ ਸਮਝੋ ਵੀ ਮੈਂ ਕਥਾ ਕਰਨੀ ਆ ਤੇ ਮੈਂ ਹੀ ਬੜਾ ਤਿਆਗੀ ਹੈਗਾ ਜੀ। ਬੜੇ ਬੜੇ ਗਿਆਨੀ ਇਹ ਤੇ ਕਹਿ ਰਹੇ ਜੀ ਵੀ ਮਾਇਆ ਨਾਗਣੀ 'ਚ ਇਹਦੇ ਕੋਲ ਨਾ ਜਾਇਓ, ਪਰ ਆਪ ਉਸੇ ਨਾਗਣੀ ਨੂੰ ਕੀਲ ਕੇ ਜੇਬ 'ਚ ਪਾ ਲੈਂਦੇ ਜੀ ਉਹ ਜੀ। ਹਾਂਜੀ, ਸੱਚੇ ਪਾਤਸ਼ਾਹ ਮਿਹਰ ਕਰਨ। ਗੁਰਮੁਖਾਂ ਨਦਰੀ ਆਮਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਇਆ ਸੁੱਟ ਪਾਇਆ, ਨਾਨਕ ਭਗਤਾ ਹੋਰ ਚਿਤ ਨਾ ਆਵਈ, ਹਰ ਨਾਮ ਸਮਾਇਆ। ਭਗਤ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਜੀ, ਉਹ ਤੇ ਬਸ ਨਾਮ ਵਿੱਚ ਹੀ ਧਿਆਨ ਜੋੜੀ ਰੱਖਦੇ ਜੀ। ਅੱਠੇ ਪੈਰ ਉਹਨਾਂ ਨੂੰ ਕੰਮ ਹੀ ਇੱਕੋ ਹੈਗਾ, ਕੀ ਜੀ? ਵਾਹਿਗੁਰੂ 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 ਵਾਹਿਗੁਰੂ। ਨਾਨਕ ਭਗਤਾਂ ਹੋਰ ਚਿਤ ਨ ਆਵਈ, ਹਰ ਨਾਮ ਸਮਾਇਆ। ਉਹਨਾਂ ਦੇ ਅੰਦਰ ਨਾਮ ਸਮਾ ਜਾਂਦਾ, ਉਹਨਾਂ ਨੂੰ ਦੁਨੀਆ ਦੀ ਚੀਜ਼ ਹੀ ਕੋਈ ਚੰਗੀ ਨਹੀਂ ਜੀ ਲੱਗਦੀ ਜੀ। ਕਮਾਲ ਦੀ ਗੱਲ ਹੈ ਜੀ। ਆਮ ਬੰਦਾ ਜਿਸ ਮਾਇਆ ਦੇ ਪਿੱਛੇ ਭੱਜਿਆ ਫਿਰਦਾ ਜੀ, ਰੱਬ ਦੇ ਪਿਆਰੇ ਸਹਿਜੇ ਉਸ ਮਾਇਆ ਦਾ ਤਿਆਗ ਕਰ ਰਹੇ ਜੀ। ਹਾਂਜੀ, ਗੱਲ ਕੀ ਜੀ? ਉਹ ਵਾਹਿਗੁਰੂ ਜੀ ਦੀ ਕਿਰਪਾ, ਵਾਹਿਗੁਰੂ ਜੀ ਦੀ ਬਖਸ਼ਿਸ਼, ਵਾਹਿਗੁਰੂ ਜੀ ਦੀ ਮਿਹਰ। ਕੀ ਜੀ? ਜੋ ਹਰ ਨਾਮ ਧਿਆਇਂਦੇ ਤਿਨ ਤੋਟ ਨਾ ਆਇਆ। ਤੁਸੀਂ ਨਾਮ ਜਪੀ ਚੱਲੋ, ਦੁਨੀਆ ਦੇ ਕਿਸੇ ਪਦਾਰਥ ਦੀ ਤੁਹਾਡੇ ਕੋਲ ਤੋਟ ਨਹੀਂ ਰਹੇਗੀ ਜੀ। ਸਭ ਕੁਝ ਮਿਲੇਗਾ, ਸਾਰੇ ਸੁੱਖ ਸਾਧਨ ਮਿਲ ਜਾਣਗੇ। ਕੰਮ ਇੱਕ ਕਰਨਾ ਪੈਣਾ ਜੀ, ਨਾਮ ਜਪਣਾ ਪੈਣਾ ਜੀ। ਦੁਨੀਆ ਦੇ ਸਾਰੇ ਕੰਮ ਕਰਦੇ ਆ ਤੇ ਨਾਮ ਨਹੀਂ ਜਪਦੇ, ਸਾਰੇ ਕੰਮ ਕੀਤੇ ਹੋਏ ਵਿਅਰਥ ਹੋ ਜਾਂਦੇ ਜੀ। ਹਾਂਜੀ, ਤੇ ਇੱਕ ਨਾਮ ਜਪ ਲਈਏ ਤੇ ਸਾਰੇ ਹੀ ਸਫਲੇ ਹੋ ਜਾਂਦੇ ਜੀ। ਹਾਂਜੀ, ਇਸ ਕਰਕੇ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਗੁਰਮੁਖਾਂ ਦਾ ਸਾਰਾ ਕੁਝ ਹੀ ਪਵਿੱਤਰ ਹੈ। ਜੇ ਉਹਨਾਂ ਕੋਲ ਮਾਇਆ ਵੀ ਹੈ, ਉਹ ਵੀ ਪਵਿੱਤਰ ਹੀ ਹੈ। ਕਿਉਂ? ਹਰ ਅਰਥ ਖਰਚਦੇ ਨੇ, ਇਸ ਕਰਕੇ ਕੋਈ ਤੋਟ ਨਹੀਂ ਹੈਗੀ ਉੱਥੇ। ਬਾਬਾ ਆਨੰਦ ਜੀ ਨੇ ਆਖਿਆ, ਮਹਾਰਾਜ ਮਾਇਆ ਤੁਸੀਂ ਰੱਖੋ। ਮਹਾਰਾਜ ਕਹਿੰਦੇ ਨਹੀਂ। ਸਤਿਗੁਰੂ ਜੀ ਦੇ ਬਾਰ-ਬਾਰ ਕਹਿਣ ਉੱਤੇ ਫਿਰ ਬਾਬਾ ਆਨੰਦ ਜੀ ਨੇ ਮਾਇਆ ਆਪਣੇ ਪੁੱਤਰ ਨੂੰ ਦੇ ਦਿੱਤੀ ਜੀ। ਹਾਂਜੀ, ਆਖਿਆ ਪੁੱਤਰ ਸੁੱਖ ਭੁਗਤ, ਸੁੱਖ ਲਓ ਇਹਦੇ ਨਾਲ, ਪਰ ਜਿੰਨੀ ਲੋੜ ਹੈ ਉਨੀ ਵਰਤਿਓ, ਬਾਕੀ ਗੁਰਸਿੱਖਾਂ ਨੂੰ ਦੇ ਦਿਓ, ਸੰਗਤ ਵਿੱਚ ਵਰਤਾ ਦਿਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇੱਕ ਦਿਨ ਬਾਬਾ ਮੋਹਰੀ ਜੀ ਦੇ ਮਨ ਵਿੱਚ ਵਿਚਾਰ ਆਇਆ ਜੀ, ਥੋੜੀ ਜਿਹੀ ਆਵਾਜ਼ ਕਰੋ, ਐਂਡ ਵਾਲੀ ਜੀ। ਬਾਬਾ ਮੋਹਰੀ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਅਜੇ ਆਖਿਆ ਨਹੀਂ, ਵਾਹਿਗੁਰੂ ਸੋਚਣ ਹੀ ਦਏ ਜੀ। ਇੰਨੀ ਮਾਇਆ ਗੁਰੂ ਘਰ ਵਿੱਚ ਚੜ੍ਹਦੀ ਹੈ। ਸਾਡੇ ਪਿਤਾ ਜੀ ਗੁਰਤਾ ਗੱਦੀ ਦੇ ਮਾਲਕ ਨੇ, ਸਾਨੂੰ ਇੱਕ ਦਮੜਾ ਨਹੀਂ ਦਿੰਦੇ ਜੀ।
ਉਹਨਾਂ ਦੇ ਮਨ 'ਚ ਫੁਰਨਾ ਆ ਗਿਆ ਜੀ। ਅਰੇ ਫੁਰਨਾ ਹੀ ਆਇਆ, ਉਸੇ ਰਾਤ ਹੀ ਮਹਾਰਾਜ ਨੇ ਬਾਬਾ ਮੋਹਰੀ ਜੀ ਨੂੰ ਆਵਾਜ਼ ਮਾਰੀ ਜੀ। ਬੱਲੂ ਜੀ ਨੂੰ ਆਖਿਆ ਸਾਰੀ ਮਾਇਆ ਹੀ ਇਹਦੇ ਅੱਗੇ ਰੱਖ ਦੇ, ਇਹਨੂੰ ਆਖੇ ਵੀ ਮਾਇਆ ਗਿਣੇ। ਉਹ ਸਿੱਕੇ ਸਨ ਜੀ, ਗਿਣਨ ਲੱਗ ਪਏ। ਹੱਥ ਕਾਲੇ ਹੋ ਗਏ ਜੀ। ਹਾਂਜੀ, ਜਦੋਂ ਹੱਥ ਕਾਲੇ ਹੋ ਗਏ ਨਾ ਜੀ, ਅਗਲੇ ਦਿਨ ਬੜਾ ਮਲ ਮਲ ਕੇ ਹੱਥ ਸਾਫ਼ ਕਰਨ ਤੇ ਹੱਥ ਸਾਫ਼ ਨਾ ਹੋਣ ਜੀ। ਬਾਬਾ ਮੋਹਰੀ ਜੀ ਦੇ ਅਗਲੇ ਦਿਨ ਹੱਥ ਕਾਲੇ ਸਨ। ਮਹਾਰਾਜ ਕਹਿੰਦੇ ਮੋਹਰੀ ਜੀ ਆ ਹੱਥ ਕਿਉਂ ਕਾਲੇ ਹੋ ਗਏ ਤੁਹਾਡੇ? ਸੱਚੇ ਪਾਤਸ਼ਾਹ ਮਾਇਆ ਗਿਣ ਗਿਣ ਹੱਥ ਕਾਲੇ ਹੋ ਗਏ। ਮਹਾਰਾਜ ਕਹਿੰਦੇ ਵੇਖ ਲਿਆ ਮਾਇਆ ਦਾ ਸੁੱਖ ਕਹਿਣ ਲੱਗੇ, ਅਜੇ ਤੇ ਹੱਥ ਹੀ ਕਾਲੇ ਹੋਏ ਨੇ। ਜੇ ਮਾਇਆ ਬੰਦੇ ਦੇ ਮਨ ਉੱਤੇ ਪ੍ਰਭਾਵ ਛੱਡ ਜੇ ਤੇ ਬੰਦੇ ਦਾ ਮਨ ਵੀ ਕਾਲਾ ਹੋ ਜਾਂਦਾ, ਕਹਿਣ ਲੱਗੇ ਮਨ ਵੀ ਕਾਲਾ ਹੋ ਜਾਂਦਾ। ਹਾਂਜੀ, ਬੜਾ ਕੁਝ ਤਿਆਗ ਬੈਰਾਗ ਦੀਆਂ ਗੱਲਾਂ ਮੇਰੇ ਅਰਗੇ ਕਰ ਲੈਂਦੇ ਨੇ, ਪਰ ਸੰਗਤ ਜੀ ਇਹੋ ਜਿਹੀ ਅਵਸਥਾ ਬੜੀ ਵੱਡੀ ਹੈ। ਹੁਣ ਆਪਾਂ ਲੜੀਵਾਰ ਕਥਾ ਵਾਲੇ ਪਾਸੇ ਆਈਏ। ਕੱਲ ਤੁਸੀਂ ਪ੍ਰਸੰਗ ਸੁਣਿਆ, ਉਹ ਪਾਲਕੀ ਪੱਕੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਆਨੰਦ ਜੀ ਨੂੰ ਦੇ ਦਿੱਤੀ। ਠੀਕ ਹੈ, ਤੁਸੀਂ ਤਿਆਗੀ ਬੈਰਾਗੀ ਹੋ, ਪਰ ਇਹ ਗੁਰੂ ਘਰ ਵੱਲੋਂ ਬਖਸ਼ਿਸ਼ ਹੈ। ਇਹ ਪਾਲਕੀ ਤੁਸੀਂ ਆਪਣੇ ਕੋਲ ਰੱਖੋ। ਬਾਬਾ ਆਨੰਦ ਜੀ ਨੇ ਪਾਲਕੀ ਫਿਰ ਉਹ ਆਪਣੇ ਕੋਲ ਰੱਖ ਲਈ ਜੀ। ਹੁਣ ਇਹਦੇ ਤੋਂ ਅੱਗੇ ਕਥਾ ਚੱਲਣੀ ਹੈ। ਸਭ ਸਿੱਖ ਸੰਗਤਾਂ ਗੁਰੂ ਘਰ ਦਾ ਪਵਿੱਤਰ ਇਤਿਹਾਸ ਸੁਣੋ। ਜੋੜੋ ਦੋਵੇਂ ਹੱਥ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਹਰਗੋਬਿੰਦ ਸਤਿਗੁਰ ਇਸ ਵਿਧ ਸਮੇਂ ਬਿਤਾਏ। ਇਸ ਤਰੀਕੇ ਨਾਲ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਉੱਤੇ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕੇ ਸਮਾਂ ਸਫਲਾ ਕਰ ਰਹੇ ਨੇ। ਹਾਂਜੀ, ਸਿੱਖ ਸੰਗਤ ਆਵਹਿ ਅਨੇਕ ਮਨ ਬਾਸ਼ਤ ਕੋ ਪਾਏ। ਸਤਿਗੁਰੂ ਜੀ ਦੇ ਹਜੂਰ ਬੇਅੰਤੀ ਸਿੱਖ ਸੰਗਤਾਂ ਆ ਰਹੀਆਂ ਨੇ, ਮਨ ਇੱਛੇ ਫਲ ਪ੍ਰਾਪਤ ਹੋ ਰਹੇ। ਕੋਈ ਬ੍ਰਹਮ ਗਿਆਨ ਦੀ ਦਾਤ ਮੰਗਦਾ, ਕੋਈ ਦੁਨੀਆ ਦੀ ਮਾਇਆ ਮੰਗਦਾ। ਗੁਰਮੁਖੋ ਬੰਦੇ ਨੂੰ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਜੀ। ਹਾਂਜੀ, ਜਿਹੜਾ ਮਨੁੱਖ ਜਿਹੜੀ ਵਸਤੂ ਮੰਗ ਰਿਹਾ ਉਹਨੂੰ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਹੀ ਪ੍ਰਾਪਤ ਹੋ ਰਿਹਾ ਜੀ। ਹਾਂਜੀ, ਬਾਬਕ ਹੁਤੋ ਅਗਾਰੀ ਗਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜੂਰ ਦਿਨ ਸਮੇਂ ਤੇ ਸ਼ਾਮ ਨੂੰ ਭਾਈ ਬਾਬਕ ਜੀ ਕੀਰਤਨ ਕਰਦੇ ਹੁੰਦੇ ਸੀਗੇ ਜੀ। ਭਾਈ ਬਾਬਕ ਜੀ ਉਦੋਂ ਇਹਨਾਂ ਬਾਜਿਆਂ ਨਾਲ ਕੀਰਤਨ ਨਹੀਂ ਸੀ ਹੁੰਦਾ, ਹਾਰਮੋਨੀਅਮ ਨਾਲ ਨਹੀਂ ਸੀ ਕੀਰਤਨ ਹੁੰਦਾ ਜੀ। ਉਦੋਂ ਰਬਾਬੀ ਸਿੱਖ ਹੁੰਦੇ ਸੀ, ਰਬਾਬੀ ਜੀ ਰਬਾਬ ਨਾਲ ਕੀਰਤਨ ਕਰਦੇ ਹੁੰਦੇ ਸੀ। ਜਿਹੜਾ ਰਬਾਬ ਹੈ ਨਾ ਜੀ, ਜਿਹੜੀ ਰਬਾਬ ਹੈ, ਇਹਦੇ ਵਿੱਚ ਵਾਹਿਗੁਰੂ ਨੇ ਐਸੀ ਕਲਾ ਰੱਖੀ ਹੈ ਜੀ, ਇਹਦੇ ਨਾਲ ਤਬਲੇ ਦੀ ਲੋੜ ਵੀ ਨਹੀਂ ਪੈਂਦੀ ਜੀ। ਹਾਂਜੀ, ਇਹ ਬੰਦਾ ਧਿਆਨ ਨਾਲ ਸੁਣੇ, ਇਉਂ ਲੱਗਦਾ ਵੀ ਦੂਜਾ ਸਾਜ਼ ਆਪੇ ਹੀ ਨਾਲ ਵੱਜ ਰਿਹਾ ਜੀ ਰਬਾਬ ਵਿੱਚ। ਜਦੋਂ ਕਿਤੇ ਦਰਬਾਰ ਸਾਹਿਬ ਸ਼ਾਮ ਦਾ ਕੀਰਤਨ ਹੋ ਰਿਹਾ ਹੋਵੇ ਨਾ, ਤੇ ਕਦੀ ਕਦੀ ਫਿਰ ਨਾਲ ਰਬਾਬ ਵੀ ਵੱਜਦੀ ਜੀ। ਹਾਂਜੀ, ਕਦੀ ਧਿਆਨ ਨਾਲ ਉਹਦੀ ਆਵਾਜ਼ ਸੁਣਿਓ, ਬੜੀ ਮਿੱਠੀ ਆਵਾਜ਼ ਹੁੰਦੀ ਜੀ ਰਬਾਬ ਦੀ। ਸੱਚੇ ਪਾਤਸ਼ਾਹ ਦੇ ਹਜੂਰ ਭਾਈ ਬਾਬਕ ਜੀ ਰਬਾਬੀ ਹਨ। ਸਵੇਰੇ ਸ਼ਾਮ ਦੀਵਾਨ ਸਜਦਾ ਹੈ, ਭਾਈ ਬਾਬਕ ਜੀ ਗੁਰਬਾਣੀ ਦਾ ਕੀਰਤਨ ਕਰਦੇ ਨੇ। ਹਾਂਜੀ, ਸਦਾ ਕੀਰਤਨ ਕਰਤ ਸੁਨਾਵੇ। ਭਾਈ ਬਾਬਕ ਜੀ ਦੀ ਜਿੰਨੀ ਉਮਰ ਸੀ ਉਹ ਗੁਰੂ ਘਰ ਵਿੱਚ ਬਤੀਤ ਹੋਈ, ਬਤੀਤ ਕੀ ਸਫਲੀ ਹੋ ਗਈ ਜੀ। ਤੇ ਸਦਾ ਹੀ ਸੰਗਤਾਂ ਨੂੰ ਵੀ ਕੀਰਤਨ ਕਰ ਕਰ ਸੁਣਾਇਆ, ਤੇ ਗੁਰਮੁਖੋ ਗੁਰੂ ਜੀ ਨੂੰ ਵੀ ਕੀਰਤਨ ਕਰ ਕਰ ਸੁਣਾਇਆ। ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਭਾਈ ਬਾਬਕ ਜੀ ਨੂੰ ਮਾਇਆ ਦੀ ਕੋਈ ਕਮੀ ਨਹੀਂ ਰਹੀ ਜੀ। ਬਾਬਕ ਜੀ ਦੇ ਘਰ ਪਰਿਵਾਰ ਵਿੱਚ ਖੁੱਲਾ ਖਾਣ ਪੀਣ ਵਾਸਤੇ ਪਦਾਰਥ ਸਨ ਜੀ। ਗੁਰਮੁਖੋ ਇੱਕ ਗੱਲ ਦਾ ਧਿਆਨ ਰੱਖੋ, ਗੱਜ ਕੇ ਆਖੋ ਵਾਹਿਗੁਰੂ। ਸੱਤਾ ਤੇ ਬਲਵੰਡਾ ਦੋਵੇਂ ਭਰਾ ਸਨ। ਲੋਕਾਂ ਦੇ ਘਰਾਂ ਵਿੱਚ ਜਾ ਕੇ ਵਿਆਹ ਸ਼ਾਦੀ ਦੇ ਸਮੇਂ ਗਾਉਣਾ, ਪਰ ਗਰੀਬੀ ਦੂਰ ਨਹੀਂ ਸੀ ਹੋਈ ਜੀ ਉਹਨਾਂ ਦੀ, ਗਰੀਬੀ ਦੂਰ ਨਹੀਂ ਹੋਈ।
ਕਿਸੇ ਨੇ ਦੱਸਿਆ ਵੀ ਤੁਹਾਨੂੰ ਰਾਗ ਆਉਂਦੇ ਨੇ ਤੇ ਗੁਰੂ ਅਰਜਨ ਸਾਹਿਬ ਬੜੇ ਪਿਆਰ ਨਾਲ ਰਾਗਾਂ ਦਾ ਕੀਰਤਨ ਸੁਣਦੇ ਤੇ ਗੁਰਬਾਣੀ ਨੂੰ ਕਰੋ ਯਾਦ ਤੇ ਗੁਰੂ ਅਰਜਨ ਸਾਹਿਬ ਨੂੰ ਕੀਰਤਨ ਸੁਣਾਓ, ਤੁਹਾਨੂੰ ਕਮੀ ਕਿਸੇ ਗੱਲ ਦੀ ਨਹੀਂ ਜੀ ਰਹੇਗੀ। ਪਹਿਲਾਂ ਆਏ ਸੱਤਾ ਜੀ, ਉਹਨਾਂ ਦੀ ਹਾਲਾਤ ਸੁਧਰ ਗਏ ਜੀ ਕੀਰਤਨ ਕਰ ਕਰ। ਫਿਰ ਬਲਵੰਡ ਜੀ ਆ ਗਏ ਜੀ, ਹਾਂਜੀ। ਤੇ ਐਸੀ ਅਵਸਥਾ ਹੋਈ ਜਿਨ੍ਹਾਂ ਦੇ ਘਰ ਵਿੱਚ 2 ਸਮੇਂ ਦਾ ਪ੍ਰਸ਼ਾਦਾ ਨਹੀਂ ਸੀ ਪੱਕਦਾ ਹੁੰਦਾ ਜੀ, ਹਾਂਜੀ। ਵਿਆਹ ਸ਼ਾਦੀ ਕਿਹੜਾ ਰੋਜ਼ ਹੁੰਦੇ ਸੀਗੇ ਜੀ। 2 ਸਮੇਂ ਦਾ ਪ੍ਰਸ਼ਾਦਾ ਨਹੀਂ ਪੱਕਦਾ ਹੁੰਦਾ। ਸੰਸਾਰਕ ਤੌਰ ਤੇ ਇੰਨਾ ਬੁਰਾ ਹਾਲਾਤ ਸਨ, ਪਰ ਜਦੋਂ ਦੇ ਗੁਰੂ ਘਰ ਵਿੱਚ ਕੀਰਤਨ ਕਰਨ ਲੱਗੇ ਕਮੀ ਕੋਈ ਨਹੀਂ ਰਹੀ ਜੀ ਉਹਨਾਂ ਦੋਵਾਂ ਭਰਾਵਾਂ ਨੂੰ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭੁੱਲ ਤੇ ਹਰ ਇੱਕ ਕੋਈ ਹੁੰਦੀ ਹੈ, ਪਰ ਵੇਖ ਲਓ ਬਾਅਦ ਵਿੱਚ ਸੱਤਾ ਤੇ ਬਲਵੰਡ ਜੀ ਨੇ ਵਾਰ ਲਿਖੀ ਗੁਰੂ ਜੀ ਦੀ ਸਿਫਤ ਵਿੱਚ, ਉਹ ਵਾਰ ਗੁਰਬਾਣੀ ਵਿੱਚ ਦਰਜ ਹੈਗੀ ਹੈ ਜੀ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤਾ ਡੂਮ ਆਖੀ, ਹਾਂਜੀ। ਸੱਤਾ ਬਲਵੰਡ ਜੀ ਤੋਂ ਬਾਅਦ ਇਹਨਾਂ ਫਿਰ ਭਾਈ ਬਾਬਕ ਜੀ ਨੇ ਕੀਰਤਨ ਕੀਤਾ ਸੀਗਾ ਗੁਰੂ ਘਰ ਵਿੱਚ ਜੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਭਾਈ ਬਾਬਕ ਜੀ ਕੀਰਤਨ ਕਰਕੇ ਗੁਰੂ ਜੀ ਦੀ ਖੁਸ਼ੀ ਲੈਂਦੇ ਨੇ, ਹਾਂਜੀ। ਭਾਂਤ ਭਾਂਤ ਕੇ ਰਾਗਨ ਸਾਥ, ਤੇ ਇਹ ਨਹੀਂ ਵੀ ਸਧਾਰਨ ਜੀਆਂ ਹੀ ਰੀਤਾਂ। ਹੇ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ, ਸਾਰੇ ਦੁਨੀਆ ਦੇ ਰਾਗੀ ਸਿੰਘਾਂ ਨੂੰ, ਕੀਰਤਨੀਏ ਸਿੰਘਾਂ ਨੂੰ ਚੰਗੀ ਮੱਤ ਆਵੇ। ਕਿਉਂ? ਹੁਣ ਤੇ ਗਾਣਿਆਂ ਵਾਲਾ ਕੀਰਤਨ ਹੁੰਦਾ ਜੀ, ਪਰ ਭਾਈ ਬਾਬਕ ਜੀ ਗੁਰਮੁਖੋ ਰਾਗਾਂ ਵਿੱਚ ਕੀਰਤਨ ਕਰਨਾ, ਰਾਗਾਂ ਵਿੱਚ ਜੀ। ਭਾਂਤ ਭਾਂਤ ਕੇ ਰਾਗਨ ਗਾਵੇ, ਜਿਹੜਾ ਸ਼ਬਦ ਬਿਲਾਵਲ ਰਾਗ ਵਿੱਚ ਗੁਰੂ ਜੀ ਨੇ ਉਚਾਰਨ ਕੀਤਾ ਉਹਨੂੰ ਬਿਲਾਵਲ ਰਾਗ ਵਿੱਚ ਹੀ ਗਾ ਕੇ ਸੁਣਾਉਣਾ ਜੀ। ਆਸਾ ਰਾਗ ਵਿੱਚ ਉਚਾਰਨ ਕੀਤਾ ਤੇ ਆਸਾ ਰਾਗ ਵਿੱਚ ਹੀ ਸੁਣਾਉਣਾ ਜੀ। ਭਾਈ ਬਾਬਕ ਜੀ ਬੜੇ ਪ੍ਰੇਮ ਨਾਲ ਕਈ ਤਰ੍ਹਾਂ ਦੇ ਰਾਗਾਂ ਦਾ ਕੀਰਤਨ ਗੁਰੂ ਜੀ ਨੂੰ ਸੁਣਾਉਂਦੇ ਨੇ, ਹਾਂਜੀ। ਕਰ ਹੈ ਰਿਝਾਵਨ ਸਤਿਗੁਰ ਨਾਥ, ਕੀਰਤਨ ਸੁਣਾ ਸੁਣਾ ਕੇ ਭਾਈ ਬਾਬਕ ਜੀ ਨੇ ਗੁਰਮੁਖੋ ਗੁਰੂ ਜੀ ਨੂੰ ਰਝਾ ਲਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਗੱਲ ਬੜੇ ਧਿਆਨ ਨਾਲ ਸੁਣਿਓ, ਕੀਰਤਨੀਏ ਦੀ ਡਿਊਟੀ ਬੜੀ ਵਧੀਆ ਡਿਊਟੀ ਹੈਗੀ ਜੀ। ਕੀਰਤਨੀਏ ਦੀ ਡਿਊਟੀ ਬੜੀ ਵਧੀਆ ਡਿਊਟੀ ਹੈ ਜੇ ਉਹ ਇਮਾਨਦਾਰੀ ਨਾਲ ਕਰੀ ਚੱਲੇ ਜੀ। ਹਰ ਵਕਤ ਗੁਰੂ ਘਰ ਦੇ ਵਿੱਚ ਰਹਿਣਾ, ਹਾਂਜੀ। ਗੁਰੂ ਜੀ ਦੇ ਦਰਸ਼ਨ ਕਰਨੇ ਤੇ ਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਨਾ, ਇਹ ਸਵਰਗ ਹੀ ਹੈ ਜ਼ਿੰਦਗੀ ਜੀ, ਹੋਰ ਕੀ ਹੈਗੀ ਜੀ। ਤੇ ਮੈਂ ਇੱਕ ਰਾਗੀ ਸਿੰਘ ਨੂੰ ਸੁਣ ਰਿਹਾ ਸਾਂ, ਬੜੀ ਖੁਸ਼ੀ ਹੋਈ ਜੀ। ਉਹ ਕੀਰਤਨ ਤੋਂ ਬਾਅਦ ਕਹਿ ਰਹੇ ਸਨ, ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਨਾਲ ਕੀਰਤਨ ਕਰ ਕਰਕੇ ਸਾਨੂੰ ਕੋਈ ਕਮੀ ਨਹੀਂ ਰਹਿ ਗਈ। ਕਹਿਣ ਲੱਗੇ ਸਾਡੀਆਂ ਸਾਰੀਆਂ ਭੁੱਖਾਂ ਦੂਰ ਹੋ ਗਈਆਂ। ਤੇ ਇਹ ਵੀ ਗੱਲ ਦੱਸੀ, ਉਹ ਕਹਿੰਦੇ ਕੀਰਤਨ ਕਰਕੇ ਜਿਹਦੀ ਭੁੱਖ ਦੂਰ ਨਾ ਹੋਵੇ ਉਹਦੇ ਫਿਰ ਬੁਰੇ ਭਾਗ ਹੀ ਨੇ। ਐਡੀ ਵੱਡੀ ਵਾਹਿਗੁਰੂ ਦੀ ਦਾਤ ਕੀਰਤਨ, ਹਾਂਜੀ। ਕਹਿਣ ਲੱਗੇ ਸਾਡੀ ਗੁਰੂ ਜੀ ਦੀ ਕਿਰਪਾ ਨਾਲ ਭੁੱਖਾਂ ਦੂਰ ਹੋ ਗਈਆਂ। ਗੱਜ ਕੇ ਆਖੋ ਵਾਹਿਗੁਰੂ। ਇੱਕ ਗੱਲ ਹੋਰ ਸੁਣੋ, ਬਾਬਾ ਆਨੰਦ ਸਿੰਘ ਜੀ ਦੀ ਬਹੁਤ ਵੱਡੀ ਅਵਸਥਾ ਸੀਗੀ ਜੀ। ਉਹ ਵੀ ਕੀਰਤਨ ਬੜੇ ਪ੍ਰੇਮ ਨਾਲ ਸੁਣਦੇ ਹੁੰਦੇ ਸੀਗੇ। ਉਹਨਾਂ ਦੀ ਹਜ਼ੂਰੀ ਵਿੱਚ ਕੀਰਤਨ ਕਰਦੇ ਹੁੰਦੇ ਸੀਗੇ ਸੁਜਾਨ ਸਿੰਘ ਜੀ, ਹਾਂਜੀ। ਤੇ ਉਹ ਆਮ ਤੌਰ ਤੇ ਇੱਕ ਗੱਲ ਕਹਿੰਦੇ ਸਨ, ਉਹ ਕਹਿੰਦੇ ਸਨ, ਵੇਖੋ ਭਾਈ, ਆਮ ਬੰਦਾ ਉਹਦੀ ਜ਼ਿੰਦਗੀ 'ਚ ਗੁਰੂ ਦਰਬਾਰ ਵਿੱਚ ਹਫ਼ਤੇ ਬਾਅਦ ਜਾਂਦਾ, ਹਫ਼ਤੇ ਬਾਅਦ ਉਹ ਕੀਰਤਨ ਸੁਣਦਾ ਜੀ, ਹਾਂਜੀ। ਚਲੋ ਹਫ਼ਤੇ ਬਾਅਦ ਕੋਈ ਸੁਣਦਾ, ਕੋਈ ਰੋਜ਼ ਸੁਣਦਾ, ਕੋਈ ਦਿਹਾੜੀ ਦਾ 1 ਘੰਟਾ ਕੀਰਤਨ ਸੁਣਦਾ, ਕੋਈ 2 ਘੰਟੇ ਕੀਰਤਨ ਸੁਣਦਾ, ਤੇ ਕੋਈ ਸੁਣਦਾ ਹੀ ਨਹੀਂ। ਕਹਿਣ ਲੱਗੇ, ਪਰ ਕਹਿਣ ਲੱਗੇ ਸਾਡੀ ਗੱਲ ਵੀ ਸੁਣ ਲਓ, ਸਾਡੀ ਡਿਊਟੀ ਵਾਹਿਗੁਰੂ ਨੇ ਐਸੀ ਲਾਈ ਹੈ, ਸਾਨੂੰ ਰੋਟੀ ਉਦੋਂ ਮਿਲੇਗੀ ਜਦੋਂ ਅਸੀਂ ਕੀਰਤਨ ਕਰਾਂਗੇ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਸਾਨੂੰ ਪ੍ਰਸ਼ਾਦਾ ਹੀ ਤਾਂ ਮਿਲਣਾ ਜੇ ਕੀਰਤਨ ਕਰਾਂਗੇ, ਕੀਰਤਨ ਕਰਾਂਗੇ ਤੇ ਘਰ ਪ੍ਰਸ਼ਾਦਾ ਪੱਕਣਾ। ਕਹਿਣ ਲੱਗੇ ਕਿੰਨੀ ਵਧੀਆ ਜ਼ਿੰਦਗੀ ਜੀ। ਨਾਲੇ ਮਹਾਰਾਜ ਬਾਣੀ 'ਚ ਕਹਿੰਦੇ, ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ। ਇਹ ਅੰਮ੍ਰਿਤ ਰਸ 'ਚ ਗੁਰਬਾਣੀ ਦਾ ਕੀਰਤਨ ਕੋਈ ਵਿਰਲਾ ਹੀ ਇਹਦੀ ਸਾਰ ਜਾਣਦਾ ਜੀ। ਭਾਈ ਬਾਬਕ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹਜ਼ੂਰ ਕੀਰਤਨ ਕੀਤਾ ਜੀ।
ਤੇ ਸਤਿਗੁਰੂ ਜੀ ਦੀ ਬੜੀ ਖੁਸ਼ੀ ਲਈ ਕੀਰਤਨ ਕਰ ਕਰਕੇ। ਹਾਂਜੀ। ਅੰਤ ਸਮਾਂ ਪਹੁੰਚਿਓ ਤਬ ਆਈ। ਤੇ ਜਦੋਂ ਉਹਨਾਂ ਦਾ ਅੰਤਮ ਸਮਾਂ ਆ ਗਿਆ ਨਾ ਜੀ ਭਾਈ ਬਾਬਕ ਜੀ ਦਾ, ਹਾਂਜੀ, ਜਾਨ ਲਈ ਤਬ ਮ੍ਰਿਤ ਨਿਰਆਈ। ਤੇ ਗੱਜ ਕੇ ਆਖੋ ਵਾਹਿਗੁਰੂ। ਕੀਰਤਨ ਕਰ ਕਰਕੇ ਇੰਨੀ ਵੱਡੀ ਅਵਸਥਾ ਬਣ ਗਈ, ਭਾਈ ਬਾਬਕ ਜੀ ਨੂੰ ਪਤਾ ਲੱਗ ਗਿਆ ਵੀ ਮੇਰੀ ਜ਼ਿੰਦਗੀ ਦਾ ਥੋੜਾ ਜਿਹਾ ਹੀ ਸਮਾਂ ਰਹਿ ਗਿਆ। ਮੌਤ ਵਾਲਾ ਸਮਾਂ, ਸਰੀਰ ਛੱਡਣ ਵਾਲਾ ਸਮਾਂ ਮੇਰਾ ਨੇੜੇ ਹੀ ਆ ਚੁੱਕਾ। ਹਾਂਜੀ। ਸ਼੍ਰੀ ਹਰਗੋਬਿੰਦ ਢਿੱਗ ਚੱਲ ਆਇਓ। ਤੇ ਜਦੋਂ ਵੇਖਿਆ ਵੀ ਮੇਰਾ ਅੰਤਮ ਸਮਾਂ ਆ ਗਿਆ, ਕੀਰਤਨ ਕਰ ਕਰਕੇ ਮੈਂ ਸਭ ਕੁਝ ਪ੍ਰਾਪਤ ਕੀਤਾ। ਆਪਣਾ ਅੰਤਮ ਸਮਾਂ ਜਾਣ ਕੇ ਤੇ ਸੰਗਤ ਜੀ ਭਾਈ ਬਾਬਕ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ ਜੀ। ਹਾਂਜੀ। ਪ੍ਰਾਨ ਅੰਤ ਬਿਰਤੰਤ ਸੁਨਾਇਓ। ਆ ਕੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਰੱਜ ਰੱਜ ਕੇ ਤੁਹਾਡੀ ਹਜ਼ੂਰੀ ਵਿੱਚ ਕੀਰਤਨ ਕੀਤਾ, ਦੁਨੀਆ ਦੇ ਸੁੱਖ ਸਾਧਨ ਵੀ ਮਿਲੇ। ਤੇ ਸੱਚੇ ਪਾਤਸ਼ਾਹ ਹੁਣ ਮੇਰੀ ਜ਼ਿੰਦਗੀ ਦਾ ਅੰਤਮ ਸਮਾਂ ਆ ਗਿਆ। ਮਹਾਰਾਜ ਮੇਰਾ ਪ੍ਰਾਣ ਤਿਆਗਣ ਦਾ ਸਮਾਂ ਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਪਹਿਲੇ ਕੀਰਤਨੀ ਹੋਏ ਜੀ ਗੁਰੂ ਨਾਨਕ ਸਾਹਿਬ, ਤੇ ਗੁਰੂ ਨਾਨਕ ਸਾਹਿਬ ਦੇ ਨਾਲ ਸਾਥੀ ਕੀਰਤਨੀ ਹੋਏ ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ ਇੱਕ ਦਿਨ ਬੈਠੇ ਕਹਿਣ ਲੱਗੇ ਮਹਾਰਾਜ ਘਰ ਜਾਣਾ। ਸੱਚੇ ਪਾਤਸ਼ਾਹ ਤਲਵੰਡੀ ਦੇ ਬਾਹਰ ਬੈਠੇ ਸੀਗੇ। ਮਹਾਰਾਜ ਕਹਿੰਦੇ ਜਾਓ ਹੋ ਆਓ। ਕਹਿਣ ਲੱਗੇ ਸੱਚੇ ਪਾਤਸ਼ਾਹ ਤੁਹਾਡੇ ਲਾਗੋਂ ਜਾਣਾ, ਘਰ ਵਾਲਿਆਂ ਨੇ ਕਹਿਣਾ ਤੂੰ ਨਾਲ ਰਬਾਬ ਵਜਾਉਂਦਾ ਰਹਿਣਾ, ਤੈਨੂੰ ਦਿੱਤਾ ਕੁਛ ਨਹੀਂ ਉਹਨਾਂ ਨੇ। ਮਹਾਰਾਜ ਕਹਿੰਦੇ ਅੱਛਾ। ਕਹਿਣ ਲੱਗੇ ਹਾਂ। ਮਹਾਰਾਜ ਕਹਿੰਦੇ ਇੱਕ ਕੰਮ ਕਰ, ਆ ਪੱਲਾ ਖੋਲ ਆਪਣਾ। ਹਜੂਰੀਆ ਖੋਲਿਆ ਜੀ ਮਰਦਾਨਾ ਜੀ ਨੇ। ਸੱਚੇ ਪਾਤਸ਼ਾਹ ਨੇ ਗੁਰਮੁਖੋ ਥੱਲੇ ਢੇਮਾਂ ਪਈਆਂ ਸਨ, ਬਜਰੀ ਪਈ, ਸੀਟਾਂ ਰੋੜੇ ਪਏ ਸੀ। ਐ ਬੁੱਕ ਭਰ ਕੇ ਨਾ ਗੁਰੂ ਨਾਨਕ ਸਾਹਿਬ ਨੇ ਤੇ ਪੱਲੇ ਚ ਪਾ ਕੇ ਕਹਿੰਦੇ ਵੀ ਇਹਨੂੰ ਬੰਨ ਲਾ। ਕਹਿਣ ਲੱਗੇ ਜੇ ਤੇਰੇ ਘਰ ਦੇ ਕੁਝ ਮੰਗਣ ਵੀ ਤੂੰ ਕੀਰਤਨ ਕਰਦਾ ਰਿਹਾ ਤੇ ਕੁਝ ਦਿੱਤਾ ਵੀ ਹੈ ਉਹਨਾਂ ਨੇ, ਤੇ ਇੱਕ ਕੰਮ ਕਰੀ, ਜੋ ਸੋਚੇਗਾ ਨਾ ਇਹ ਉਹੀ ਬਣ ਜਾਏਗਾ। ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ। ਜੋ ਤੂੰ ਸੋਚੇਗਾ ਇਹ ਉਹੀ ਬਣ ਜਾਏਗਾ। ਗੁਰਮੁਖੋ ਮਰਦਾਨਾ ਜੀ ਘਰ ਗਏ। ਜਦੋਂ ਘਰ ਗਏ ਅੱਗੇ ਤੇ ਪਾਰਟੀ ਬੈਠੀ ਸੀ ਇਹੋ ਹੀ। ਉਹ ਕਹਿੰਦੇ ਵੀ ਤੁਸੀਂ ਕੀਰਤਨ ਕੀਤਾ ਕੀ ਮਿਲਿਆ? ਉਹਨਾਂ ਸੋਚਿਆ ਵੀ ਇਹ ਜਿੰਨੀਆਂ ਵੀ ਟੇਮਾਂ ਨੇ ਹੀਰੇ ਮੋਤੀ ਬਣ ਜਾਣ ਜੀ। ਹਾਂਜੀ। ਜਦੋਂ ਇਹ ਸੋਚ ਕੇ ਪੱਲਾ ਖੋਲਿਆ ਤੇ ਸਾਰਾ ਕੁਝ ਹੀਰੇ ਮੋਤੀ ਬਣਿਆ ਹੋਇਆ ਜੀ। ਮਹਾਰਾਜ ਨੇ ਬੜੇ ਇਹੋ ਜਿਹੇ ਚੋਜ ਮਰਦਾਨਾ ਜੀ ਨਾਲ ਵਰਤਾਏ ਜੀ। ਹਾਂਜੀ। ਸੋ ਇਸ ਤਰੀਕੇ ਨਾਲ ਭਾਈ ਬਾਬਕ ਜੀ ਨੇ ਵੀ ਕੀਰਤਨ ਕੀਤਾ ਜੀ ਬੜਾ। ਅੰਤਮ ਸਮਾਂ ਆ ਗਿਆ। ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਮੇਰੀ ਉਮਰ ਲਗਭਗ ਪੂਰੀ ਹੋ ਚੁੱਕੀ ਹੈ। ਹਾਂਜੀ। ਪ੍ਰਾਨ ਅੰਤ ਬਿਰਤੰਤ ਸੁਨਾਇਓ। ਆਪਣੇ ਸਰੀਰ ਛੱਡਣ ਦਾ ਮਹਾਰਾਜ ਨੂੰ ਪ੍ਰਸੰਗ ਸੁਣਾਇਆ। ਮਹਾਰਾਜ ਸਰੀਰ ਛੱਡਣ ਦਾ ਸਮਾਂ ਨੇੜੇ ਆ ਗਿਆ ਹੈ। ਕਰੋ ਖੁਸ਼ੀ ਸਤਿਗੁਰੂ ਵਿਸਾਲਾ। ਸੱਚੇ ਪਾਤਸ਼ਾਹ ਜਿਵੇਂ ਸਾਰੀ ਉਮਰ ਤੁਸੀਂ ਮੇਰੇ ਤੇ ਖੁਸ਼ੀ ਰੱਖੀ ਹੈ, ਉਵੇਂ ਹੁਣ ਵੀ ਕਿਰਪਾ ਕਰੋ ਗੁਰੂ ਹਰਗੋਬਿੰਦ ਸਾਹਿਬ ਮੇਰੇ ਉੱਤੇ ਖੁਸ਼ੀ ਕਰੋ ਆਪਣੀ। ਮਹਾਰਾਜ ਮੈਨੂੰ ਖੁਸ਼ੀ ਨਾਲ ਤੋਰੋ ਹੁਣ। ਹਾਂਜੀ। ਗਮਨੋ ਮੈਂ ਪਰਲੋਕ ਸੁਖਾਲਾ। ਸੱਚੇ ਪਾਤਸ਼ਾਹ ਮੇਰੇ ਤੇ ਐਸੀ ਕਿਰਪਾ ਕਰੋ ਪਰਲੋਕ ਵਿੱਚ ਜਾਵਾਂ ਤੇ ਸੁੱਖ ਨਾਲ ਰਵਾਂ। ਗੱਜ ਕੇ ਆਖੋ ਵਾਹਿਗੁਰੂ। ਪਹਿਲੀ ਗੱਲ ਤੇ ਆਮ ਦੁਨੀਆ ਦੇ ਬੰਦੇ ਨੂੰ ਇਸ ਗੱਲ ਦਾ ਪਤਾ ਹੀ ਕੋਈ ਨਹੀਂ ਹੈਗਾ ਜੀ ਵੀ ਕਦੋਂ ਸਰੀਰ ਤਿਆਗਣਾ। ਹੁਣ ਸਾਨੂੰ ਕੀ ਪਤਾ। ਹਾਂਜੀ। ਪਰ ਭਾਈ ਬਾਬਕ ਜੀ ਨੂੰ ਪਤਾ ਲੱਗ ਗਿਆ ਤੇ ਬੇਨਤੀਆਂ ਵੀ ਵੇਖੋ ਗੁਰੂ ਜੀ ਅੱਗੇ ਕਰਨ ਦਏ ਜੀ। ਹਾਂਜੀ। ਆਪਨ ਸਮੀਪੀ ਸਦਾ ਰੱਖੀਜੈ। ਮਹਾਰਾਜ ਮਰਨ ਤੋਂ ਬਾਅਦ ਵੀ ਮੈਨੂੰ ਆਪਣੇ ਲਾਗੇ ਹੀ ਰੱਖਿਓ ਜੀ। ਮੈਂ ਬੜੀ ਵਾਰੀ ਬੇਨਤੀ ਕੀਤੀ ਗੁਰਮੁਖੋ ਜਿੰਦਿਆਂ ਜੀ ਦਾ ਜੀਵਨ ਵੱਖਰਾ ਜੇ ਤੇ ਮੌਤ ਤੋਂ ਬਾਅਦ ਵਾਲਾ ਜੀਵਨ ਵੱਖਰਾ ਜੇ। ਇਹ ਵੱਖੋ ਵੱਖਰੇ ਜੀਵਨ ਨੇ। ਮਹਾਰਾਜ ਮੌਤ ਤੋਂ ਬਾਅਦ ਵੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਆਪਣੇ ਚਰਨਾਂ ਵਿੱਚ ਰੱਖਿਓ। ਹਾਂਜੀ। ਇਹੀ ਆਸ ਮਮ ਹਿਰਦੈ ਪੁਰੀਜੈ। ਮਹਾਰਾਜ ਮੇਰੀ ਇਹੋ ਹੀ ਆਸ ਹੈ ਜਿਵੇਂ ਜਿੰਦਿਆਂ ਜੀ ਤੁਹਾਡੇ ਚਰਨਾਂ 'ਚ ਰਹਿ ਕੇ ਕੀਰਤਨ ਕੀਤਾ, ਮੌਤ ਤੋਂ ਬਾਅਦ ਵੀ ਤੁਹਾਡੇ ਚਰਨਾਂ ਵਿੱਚ ਹੀ ਰਹਾਂ। ਹਾਂਜੀ। ਸ਼੍ਰੀ ਨਾਨਕ ਜੀ ਢਿੱਗ ਮਰਦਾਨਾ। ਮਹਾਰਾਜ ਜਿਵੇਂ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਲਾਗੇ ਰਹੇ। ਹਾਂਜੀ। ਸਦਾ ਰਾਗ ਕੋ ਕਰਤ ਸੁਜਾਨਾ। ਤੇ ਬੜਾ ਸੋਹਣੇ ਉਹਨਾਂ ਨੇ ਰਾਗਾਂ ਵਿੱਚ ਕੀਰਤਨ ਕੀਤਾ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਜਦੋਂ ਭਾਈ ਮਰਦਾਨਾ ਜੀ ਰਬਾਬ ਲੈ ਕੇ ਆਏ ਨਾ
महाराज कहते मरदानिया रबाब सुर कर ते रबाब वजा। वो कहन लगे सतगुरु मैनू तो नहीं वजाउणी आउंदी, बचपन तो ते तुसीं अपने नाल रखिया मैनू। हाँ जी, घरदियां दा चलो काम है, पर बचपन तो मैनू अपने लागे रखिया, मैनू नहीं रबाब वजाउणी आउंदी, ना ही सुर करनी आउंदी है। सतगुरु कहन लगे मरदानिया तू सत करतार आख के रबाब नू हथ ला, तू धुरों ही ये जिम्मेवारी लैके आया। कहन लगे तू धुरों ही कीर्तन करने वास्ते आया साडे नाल, गज के आखो वाहिगुरू। तेरी धुरों ही है जिम्मेवारी, ड्यूटी लगी है। कहन लगे ओ वाकई मरदाना जी ने रबाब नू हथ लाया, वजाउणी आ गई जी उन्हां नू रबाब। हाँ जी, सच्चे पातशाह नू भाई बाबक जी बेनती करन दे, महाराज सच्चे पातशाह जिवें मरदाना जी ने गुरु नानक साहब नाल रह के कीर्तन कीता ते अपनी जिंदगी सफली कीती। हाँ जी, इस जग में है भा बड़ बखियात, हाँ जी, पायो सुजस बड़ो अवदात। ते तुहाडी संगत दे नाल सच्चे पातशाह गुरु नानक साहब जी दी संगत दे नाल अज लोग मरदाना जी नू जाणदे ने, नहीं ते मरदाना जी नू किन्ने जानना सी। सच्चे पातशाह गुरु नानक साहब करके मरदाना जी नू लोक जाणदे। तिमही तिम रावर की संगत पाए, जिवें मरदाना जी ने गुरु नानक साहब जी की संगत की, सतगुरु गुरु हरगोबिंद साहब महाराज मेरे मालक जी उवें सानू तुहाडी संगत करन दा मौका मिलिया, तुहाडे हजूर बह के कीर्तन करन दा मौका मिलिया। हाँ जी, हम आदिक जग मह बिदताए, ते ताइयों ते अहीं जगत विच प्रसिद्ध होए आ। गज के आखो वाहिगुरू। तुहाडी हजूरी ना हुंदी ते इन्ने प्रसिद्ध नहीं होना महाराज, ताइयों इन्ने प्रसिद्ध होए आ, तुहाडी हजूरी च बह के कीर्तन कीता। आम तौर ते रागी थल्ले ही बहिंदे हुंदे सीगे। हाँ जी, जिन्ना राग सुनाउणे राजे महाराजिਆਂ ਨੂੰ ਉਹ ਥੱਲੇ ਬਹਿ ਕੇ ਸੁਣਾਉਂਦੇ ਹੁੰਦੇ ਸੀ। ਜਦੋਂ ਰਾਗੀ ਗੁਰੂ ਘਰ ਆਏ ਉਹਨਾਂ ਰਾਗਾਂ 'ਚ ਗੁਰਬਾਣੀ ਸੁਣਾਉਣੀ ਸੀ, ਸਤਿਗੁਰਾਂ ਨੇ ਉਹਨਾਂ ਨੂੰ ਉੱਚੀ ਥਾਂ ਤੇ ਬਿਠਾਇਆ ਜੀ, ਵੱਖਰੇ ਆਸਣ ਲਾ ਲਾ ਬਿਠਾਇਆ ਵੀ ਇਹਨਾਂ ਨੇ ਗੁਰਬਾਣੀ ਦਾ ਕੀਰਤਨ ਸੁਣਾਉਣਾ। ਤੇ ਮੈਂ 2-3 ਦਿਨ ਪਹਿਲਾਂ ਵੀ ਇੱਕ ਬੇਨਤੀ ਕੀਤੀ, ਫਿਰ ਕਰ ਦੇਣਾ। ਫਰਾਂਸ ਤੋਂ ਆਇਆ ਸੀ ਉਹ ਬੰਦਾ ਜੀ, ਵਿਦਵਾਨ ਦੱਸਦੇ ਜੀ, ਤੇ ਆ ਕੇ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਇਆ। ਉਹਨੇ ਸੁਣਿਆ ਸੀ ਵੀ ਮਹਾਰਾਜ ਰਾਗ ਬੜਾ ਸੁਣਦੇ ਜੀ। ਆ ਗਿਆ ਜੀ, ਆ ਕੇ ਸੋਚਿਆ ਵੀ ਚੰਗੇ ਪੈਸੇ ਲਵਾਂਗਾ। ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਮੈਂ ਰਾਗੀ ਹਾਂ। ਮਹਾਰਾਜ ਕਹਿੰਦੇ ਠੀਕ ਹੈ ਭਾਈ। ਫਿਰ ਕਹਿੰਦਾ ਸੱਚੇ ਪਾਤਸ਼ਾਹ ਮੈਂ ਰਾਗੀ ਹਾਂ। ਮਹਾਰਾਜ ਕਹਿੰਦੇ ਠੀਕ ਹੈ। ਕਹਿੰਦਾ ਮਹਾਰਾਜ ਮੈਂ ਰਾਗੀ ਹਾਂ। ਮਹਾਰਾਜ ਕਹਿੰਦੇ ਠੀਕ ਹੈ ਭਾਈ, ਜੇ ਤੂੰ ਰਾਗੀ ਹੈ ਤੇ चलो जी। महाराज चले गए जी। वो मायूस होया दरबार साहब परिक्रमा च बैठ गया। सच्चे पातशाह महाराज ते चले गए ते भाई गुरदास जी आए जी। वो कहते भी बंदा दरबार साहब बैठा होवे ते मायूस होवे, गुरु अर्जन साहब दे कीते होण दर्शन ते बंदा मायूस होवे। वो फिर दसन लगा, कहन लगा की दसां, आया तसां भी राग सुना के पैसे लवांगा। गल ध्यान ना सुनियो, सारी संगत गज के आखो वाहेगुरू वाहेगुरू। आया ते सा भी राग सुना के पैसे लवांगा, मेरी कदर ही गुरु अर्जन साहब ने नहीं पाई। कहन लगे भाई वो राग नहीं सुनते, वो बाणी सुनते ने। तू तेनू राग आउंदे, तू राग च बाणी पा, राग ते भांडा। गुरबाणी दा शब्द कंठ कराया भाई गुरदास जी ने। ते गुरमुखो दिन चढ़दे नूं हथ जोड़े गुरु अर्जन साहब अगे, महाराज मैं तुहानूं शब्द सुनाउणा। महाराज कहंदे अच्छा भाई तू गुरबाणी सुनाउणी? कहन लगा जी हाँ। महाराज कहंदे वखरी चादर विछाओ इहदे लई। कहन लगे वधिया थां दिओ इहनूं। वो वखरी चादर विछ गई, बिठाता जी उहनूं, सुनाया उहने सोहਣਾ कीर्तन जी। महाराज सिख नूं कहंदे मोहरां दी थाली भरो तेरी झोली च पा दिओ जी। ਉਹ ਮੋਹਰਾਂ ਦੀ ਥਾਲੀ ਭਰੀ ਉਹਦੀ ਝੋਲੀ ਚ ਪਾਤੀ। ਮਹਾਰਾਜ ਕਹਿੰਦੇ ਭਾਈ ਇਹ ਸ਼ਬਦ ਦੀ ਕੀਮਤ ਨਹੀਂ ਦੇ ਰਹੇ, ਭੇਟਾ ਦੇ ਰਹੇ ਆ। ਉਹਨੇ ਸੋਚਿਆ ਵੀ ਸਾਡੇ ਦੇਸ਼ ਵਿੱਚ ਤੇ ਕੋਈ ਇੱਕ ਸੋਨੇ ਦੀ ਮੋਹਰ ਨਹੀਂ ਦਿੰਦਾ, ਥਾਲ ਭਰ ਕੇ ਸੋਨੇ ਦੀ ਮੋਹਰ ਦੇ ਦਿੱਤੀ ਹੈ, ਮੋਹਰਾਂ ਦੇ ਦਿੱਤੀਆਂ। ਜਿਹਦੀ ਭੇਟਾ ਇੰਨੀ ਹੈ ਉਹਦੀ ਕੀਮਤ ਕਿੰਨੀ ਹੋਏਗੀ ਜੀ। ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗਾ ਸਤਿਗੁਰੂ
ਮੈਨੂੰ ਭੇਟਾ ਨਹੀਂ, ਮੈਨੂੰ ਤੇ ਕੀਮਤ ਚਾਹੀਦੀ, ਮੁੱਲ ਚਾਹੀਦਾ। ਕੱਢ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਇੱਕ ਸੋਨੇ ਦਾ ਥਾਲ ਹੋਰ ਭਰ ਕੇ ਲੈ ਕੇ ਆਓ ਮੋਹਰਾਂ ਦਾ। ਲਿਆਂਦਾ ਥਾਲ ਜੀ, ਪਾ ਦਿੱਤਾ ਝੋਲੀ 'ਚ। ਮਹਾਰਾਜ ਕਹਿੰਦੇ ਇਹ ਵੀ ਭੇਟਾ ਹੈ, ਇਹ ਮੁੱਲ ਨਹੀਂ ਹੈ। ਫਿਰ ਕਹਿਣ ਲੱਗਾ ਜੀ ਮੈਂ ਕੀਮਤ ਲੈਣੀ ਹੈ। ਮਹਾਰਾਜ ਕਹਿੰਦੇ ਸੁਣ ਭਾਈ, ਜੋ ਤੂੰ ਸਾਨੂੰ ਸੁਣਾਇਆ ਹੈ, ਅੱਜ ਕੇ ਆਖੋ ਵਾਹਿਗੁਰੂ, ਤੂੰ ਸੁਣਾਇਆ ਗੁਰਬਾਣੀ ਦਾ ਕੀਰਤਨ, ਇਹ ਤੇ ਤੁਛ ਜੀ ਭੇਟਾ ਹੈ। ਸਾਰੀ ਧਰਤੀ ਵੀ ਸੋਨੇ ਵਰਗੀ ਕਰ ਦਈਏ ਤੇ ਗੁਰਬਾਣੀ ਦੇ ਇੱਕ ਸ਼ਬਦ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਕਹਿਣ ਲੱਗੇ ਇੱਕ ਕੰਮ ਹੈ, ਗੁਰਬਾਣੀ ਦਾ ਕੀਰਤਨ ਕਰ ਕਰਕੇ ਸਿੱਖ ਜਨਮ ਜ਼ਰੂਰ ਸਵਾਰ ਸਕਦਾ। ਕਹਿਣ ਲੱਗੇ ਜਨਮ ਸਫਲਾ ਕਰ ਸਕਦਾ, ਪਰ ਗੁਰਬਾਣੀ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਮੈਂ 2-3 ਦਿਨ ਪਹਿਲਾਂ ਇਹ ਘਟਨਾ ਸੁਣਾਈ ਸੀ। ਕਹਿਣ ਦਾ ਭਾਵ ਇਹ ਹੈ, ਬਾਬਕ ਜੀ ਨੂੰ ਆਮ ਨਾ ਜਾਣੋ, ਗੁਰਬਾਣੀ ਦਾ ਕੀਰਤਨ ਕੀਤਾ। ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ, ਤੁਹਾਡੇ ਕਰਕੇ ਸਾਨੂੰ ਸੁੱਖ ਸਾਧਨ ਮਿਲਿਆ, ਗੁਰਬਾਣੀ ਕਰਕੇ ਸਾਨੂੰ ਕਿਹਨੇ ਪੁੱਛਣਾ ਸੀ। ਹਾਂਜੀ, ਭਲੇ ਭਾਗ ਤੇ ਭਏ ਭਲੇਰੇ। ਮਹਾਰਾਜ ਸਾਡੇ ਵੱਡੇ ਭਾਗ, ਅਸੀਂ ਗਰੀਬ ਸਾਂ, ਸਾਨੂੰ ਤੁਹਾਡੀ ਹਜ਼ੂਰੀ ਮਿਲ ਗਈ। ਹਾਂਜੀ, ਸਦਾ ਗੁਰੂ ਕੇ ਦਰਸ਼ਨ ਹੇਰੇ। ਇੱਕ ਤੇ ਸੱਚੇ ਪਾਤਸ਼ਾਹ ਰੋਜ਼ ਹੀ ਤੁਹਾਡੇ ਦਰਸ਼ਨ ਕਰਦੇ ਰਹੇ। ਅਸੀਂ ਜਿੱਥੇ ਜਿੱਥੇ ਮਹਾਰਾਜ ਨੇ ਜਾਣਾ, ਅੰਮ੍ਰਿਤਸਰ ਜਾਣਾ ਸੱਦੋ ਭਾਈ ਬਾਬਕ ਨੂੰ, ਕੀਰਤਪੁਰ ਸਾਹਿਬ ਆਏ ਨਾਲ ਲੈ ਕੇ ਆਏ, ਭਾਈ ਕੀ ਡਰੌਲੀ ਰਹੇ, ਭਾਈ ਬਾਬਕ ਜੀ ਨਾਲ ਰਹੇ ਜੀ, ਕਰਤਾਰਪੁਰ ਸਾਹਿਬ ਰਹੇ ਤੇ ਭਾਈ ਬਾਬਕ ਜੀ ਨਾਲ ਰਹੇ। ਭਾਈ ਬਾਬਕ ਜੀ ਕਹਿਣ ਲੱਗੇ ਮਹਾਰਾਜ ਹਰ ਵਕਤ ਹਰ ਰੋਜ਼ ਤੁਹਾਡੇ ਦਰਸ਼ਨ ਕਰਨ ਦਾ ਸਾਨੂੰ ਸੁਭਾਗ ਸਮਾਂ ਮਿਲਿਆ। ਹਾਂਜੀ, ਸ਼੍ਰੀ ਸੁਨ ਸ਼੍ਰੀ ਹਰਗੋਬਿੰਦ ਬਖਾਨਾ। ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਿਆ ਵੀ ਬਾਬਕ ਜੀ ਨੇ ਤੇ ਕਹਿ ਦਿੱਤਾ ਵੀ ਹੁਣ ਤਿਆਰੀ ਹੈ ਸਾਡੀ। ਮਹਾਰਾਜ ਨੇ ਇਹ ਗੱਲ ਸੁਣ ਕੇ ਉਚਾਰਨ ਕੀਤਾ, ਕਰਿਓ ਪਰਮੇਸ਼ਰ ਆਵਨ ਜਾਣਾ। ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਬਾਬਕ ਜੀ ਆਉਣਾ ਜਾਣਾ ਸਰੀਰ ਦਾ ਇਹ ਤੇ ਵਾਹਿਗੁਰੂ ਜੀ ਵੱਲੋਂ ਇੱਕ ਖੇਡ ਹੈ। ਕਹਿਣ ਲੱਗੇ ਆਵਨ ਜਾਨ ਇੱਕ ਖੇਲ ਬਣਾਇਆ। ਕਹਿਣ ਲੱਗੇ ਤੇ ਇੱਕ ਖੇਲ ਹੈ। ਹਾਂਜੀ, ਨਿਜ ਨਿਜ ਸਮੇਂ ਪਿਆਨਹਿ ਸਾਰੇ। ਇਸ ਸੰਸਾਰ ਵਿੱਚ ਆਪੋ ਆਪਣੇ ਸਮੇਂ ਸਾਰਿਆਂ ਨੂੰ ਜਾਣਾ ਪੈਂਦਾ। ਕਹਿਣ ਲੱਗੇ ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਹਾਂਜੀ, ਆਪਣੀ ਵਾਰੀ ਧੀਰ ਨਾ ਧਾਰੇ। ਆਪਣੀ ਵਾਰੀ ਤੇ ਬੰਦੇ ਨੂੰ ਜਾਣਾ ਹੀ ਪੈਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਉੱਥੇ ਆਖੇ ਵੀ ਕੁਝ ਸਮਾਂ ਹੋਰ, ਜਦੋਂ ਵਾਰੀ ਆ ਗਈ ਫਿਰ ਕੋਈ ਧੀਰਜ ਨਹੀਂ ਹੈਗਾ ਜੀ, ਫਿਰ ਜਾਣਾ ਹੀ ਪੈਣਾ ਜੀ। ਹਾਂਜੀ, ਆਵਨ ਧਨ ਅਹੈ ਤਿਨ ਕੇਰਾ। ਹਾਂਜੀ, ਸਿਮਰਿਓ ਸਤ ਨਾਮ ਸਭ ਬੇਰਾ। ਤੇ ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਾਬਕ ਜੀ ਆਮ ਲੋਕ ਦੁਨੀਆ ਤੇ ਆਉਂਦੇ ਨੇ, ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਪਰ ਆਵਣ ਧਨ ਅਹੈ ਤਿਨ ਕੇਰਾ, ਸੰਸਾਰ ਵਿੱਚ ਆਇਆ ਉਹਨਾਂ ਦਾ ਧਨ ਹੋ ਜਾਂਦਾ। ਕਿੰਨਾ ਦਾ? ਸਿਮਰਿਓ ਸਤ ਨਾਮ ਸਭ ਬੇਰਾ, ਜਿਨ੍ਹਾਂ ਨੇ ਹਰ ਵਕਤ ਵਾਹਿਗੁਰੂ ਜੀ ਨੂੰ ਨਾਮ ਜਪਿਆ ਜੀ, ਵਾਹਿਗੁਰੂ ਜੀ ਦਾ ਨਾਮ ਜਪਿਆ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਸਤਿਗੁਰ ਕੀ ਸੇਵਾ ਮਹਿ ਲਾਗੇ। ਜਿਹੜੇ ਜ਼ਿੰਦਗੀ ਵਿੱਚ ਆ ਕੇ ਗੁਰੂ ਘਰ ਵਿੱਚ ਸੇਵਾ ਕਰਨ ਲੱਗ ਪਏ, ਸਤਿਗੁਰੂ ਜੀ ਦੀ ਸੇਵਾ ਕਰਨ ਲੱਗ ਪਏ, ਕਹਿਣ ਲੱਗੇ ਉਹਨਾਂ ਦਾ ਆਇਆ ਧਰਤੀ ਤੇ ਧਨ ਹੋ ਜਾਂਦਾ, ਸਫਲਾ ਹੋ ਜਾਂਦਾ। ਹਾਂਜੀ, ਕੀਰਤ ਕਰਹਿ ਸੁਨੇ ਵੱਡ ਭਾਗੇ। ਤੇ ਇੱਕ ਗੱਲ ਸੁਣੋ, ਜਨਮ ਲੈ ਕੇ ਗੁਰੂ ਘਰ ਵਿੱਚ ਆ ਕੇ ਕੀਰਤੀ ਕਰਨੀ ਤੇ ਕੀਰਤੀ ਸੁਣਨੀ ਵੱਡੇ ਭਾਗਾਂ ਦੀ ਖੇਡ ਹੈ। ਕਹਿਣ ਲੱਗੇ ਹਰ ਕੋਈ ਰਾਗੀ ਵੀ ਨੀਚੇ ਬਣਦਾ, ਹਰ ਕੋਈ ਸਰੋਤਾ ਵੀ ਨੀਚੇ ਬਣਦਾ। ਇੱਥੇ ਆਉਣਗੇ ਹੀ ਉਹ ਜਿਨ੍ਹਾਂ ਦੇ ਵੱਡੇ ਭਾਗ ਹੋਣਗੇ ਜੀ। ਹਾਂਜੀ, ਇਸ ਕੈ ਸਮ ਅਪਰ ਨਾ ਕਲ ਕਾਲ। ਤੁਸੀਂ ਕੀਤਾ ਗੁਰਬਾਣੀ ਦਾ ਕੀਰਤਨ। ਗੱਜ ਕੇ ਆਖੋ ਵਾਹਿਗੁਰੂ। ਕਲਯੁਗ ਦੇ ਵਿੱਚ ਗੁਰਬਾਣੀ ਦਾ ਕੀਰਤਨ ਸ਼੍ਰੋਮਣੀ ਧਨ ਹੈ। ਕਹਿਣ ਲੱਗੇ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਹਾਂਜੀ, ਮਹਾਰਾਜ ਕਹਿਣ ਲੱਗੇ ਕਲ ਕਾਲ, ਇਸ ਕਲਯੁਗ ਦੇ ਸਮੇਂ ਵਿੱਚ ਗੁਰਬਾਣੀ ਦਾ ਕੀਰਤਨ ਕਰਨਾ ਬੜੇ ਵੱਡੇ ਪੁੰਨਾਂ ਵਾਲਾ ਕੰਮ ਹੈ। ਕਹਿਣ ਲੱਗੇ
बड़ी वड्डी खुशी वाली गल है। हाँ जी। हरता पातक बिघन विसाल। कहन लगे कीर्तन करदियां करदियां बंदे दे पाप दूर हो जाते कीते होए जी। गज के आखो वाहिगुरु। विघन दूर हो जाते ने ते महाराज बाणी च कृपा कर दे। गज के आखो वाहिगुरु। हर कीर्तन सुनै हर कीर्तन गावै तिस जन दुख निकट नहीं आवे। करे ते सही कोई कीर्तन कीर्तन की बड़ी महानता च। कीर्तन करन वाले दे सिख अंदर कीर्तन करन वाला सिख होवे कीर्तन करन वाले सिख दे अंदर गुरु की समाधि लग जाती जी। कहण दा भाव अंदर सतगुरु प्रगट हो जाते पर ध्यान नाल कीर्तन करे जी। कलयुग मह कीर्तन प्रधाना तां जे गुरमुख जपिया लाए ध्याना है तां जी। ध्यान नाल जपना ही नहीं तो फिर महाराज ये भी कहते कोई गावै रागी नादी बेदी बहु भांत कर नहीं हर हर पीजै राम राजे। हाँ जी। कल मल मल मट पट को लागी। हाँ जी। विषयन की कारख सो पागी। हाँ जी। चह निवारण इसको जेई। हाँ जी। सत संगत में मिल कर ते। सच्चे पातशाह कहते भाई सुनो गुरबाणी दा कीर्तन सुनन वाले दे पाप दूर हो जाते ते करन वाले दे क्यों नहीं होणगे। कहण लगे जे बंदा ध्यान नाल करे जी। गज के आखो वाहिगुरु। कीर्तन सुनन वाले दे पाप दूर हो जाते ने ते करन वाले दे क्यों नहीं। कहण लगे हाँ जी। सतनाम जल को तिह ले। हाँ जी। धोवन कीर्तन भले करे। सच्चे पातशाह कहण लगे मन मैला होवे ध्यान नाल जुड़ के कोई कीर्तन करन दी दात मंगे सतगुरु कोलों जे ओनू ये दात मिल जावे ऐ मन साफ हो जाता। कहण लगे मन धोता जाता जेड़े गुरबाणी दा कीर्तन करते ने। गज के आखो वाहिगुरु। हाँ जी। अपने बच्चों नू कीर्तन सिखाया करो जी। हाँ जी। हर एक सिख नू वाजे उत्ते हारमोनीयम उत्ते एक अद्धा शब्द पढ़ना तो जरूर आउंदा होवे जी। हाँ जी। मैं दास ने भी सीखे 2-3 शब्द पढ़ने भी लोड़ पवे ते गुरबाणी दा कीर्तन कर सकीए जी। कीर्तन बड़ी वड्डी दात है जी गुरबाणी दा। हाँ जी। उज्जल मन को करें सुजान। हाँ जी। चढ़े रंग गूढ़ो तत ज्ञान। महाराज कहन लगे जेड़े ध्यान नाल जुड़ के कीर्तन करते ने उन्हां दे मन उत्ते वाहिगुरु जी दा गूढ़ा रंग चढ़ जांदा जी। गज के आखो वाहिगुरु। ते चढ़ जाता जी। कीर्तनीए बड़ी बड़ी अवस्था वाले सिख होए जी। हाँ जी। इन्नी कमाई सी जी कई कीर्तनियां दी जदों कीर्तन करते सन उड़ते पंछी भी रुक के उन्हां दा कीर्तन सुनते हुंदे सीगे जी। कीर्तन ते बाणी दा जी पर कमाई दा असर पैंदा जी। कमाई दा जी उन्हां दी कमाई इन्नी हुंदी जी। हाँ जी। कब होना उतरै सदा नवीन। हाँ जी। इस विद की बुद्ध अधिक परबीन। जिन्हां दे उत्ते एक बार गुरबाणी दा कीर्तन करदियां करदियां रंग चढ़ जावे फिर सतगुरु कृपा करदे उन्हां दा रंग फिर नहीं उतरदा। कहण लगे हाँ जी। यांते बाबक तू चित जानो। इसे करके कीर्तन कर करके भाई बाबक जी तुहानू इस गल दा पता लगा। केड़ी गल दा जी। हाँ जी। अंत समय लो नाम बखाना। गज के आखो वाहिगुरु। कीर्तन कर करके तुहानू इस गल दा पता लगा भी मेरा अंतिम समा आ गया जी। कीर्तन कर करके उतां किवें पता लगना ही। क्या कहण लगे कीर्तन कर करके पता लगा हुण अंतिम समा आ गया हुण भी वाहिगुरु जी दा नाम जपो। कहण लगे जपिया करो वाहिगुरु वाहिगुरु। कहण लगे हुण अंतिम समा आ गया हुण वाहिगुरु जी दे नाम विच जुट जाओ। हाँ जी। रहयो करत कीर्तन को नीत सकले तन ना ललचीत। महाराज कहंदे अहीं तुहाडे ते बहुत खुश हां क्यों तुसीं सदा ही कीर्तन करते रहे। सदा ही कीर्तन जी। ते कीर्तन करना ये भी नहीं चलो 2-3 शब्द आने जरूरी हर एक सिख नूं पर जिन्हें कीर्तनियां पूरा बनना रागी सिख पूरा बनना ना जी और ये बड़ी वड्डी जिम्मेवारी है जी। हाँ जी। ये नहीं भी 4-5 शब्द वाजे ते आ गए ते हर थां ते ओही पढ़ते रहना जी। हाँ जी। वो पूरी जिम्मेवारी पूरी कला है जी। ये महाराज कहंदे तुसीं इस कला विच निपुण हो असीं तुहाडे ते बड़े खुश हां। कहण लगे गुरमुखो
ਇਹ ਵੀ ਗੁਰੂ ਹੀ ਕਿਰਪਾ ਕਰੇ ਤੇ ਕਿਸੇ ਦੀ ਰਸਨਾ ਤੇ ਰਸ ਆਉਂਦਾ ਜੀ। ਇੱਕ ਰਾਗੀ ਸਿੰਘ ਨੇ ਬੜੀ ਮਿਹਨਤ ਕੀਤੀ ਰਾਗਾਂ ਦੀ ਜੀ। ਹਾਂਜੀ, ਤੇ ਗੁਰਬਾਣੀ ਦੀ ਮਿਹਨਤ ਨਹੀਂ ਜੀ ਉਹਨੇ ਕੀਤੀ, ਰਾਗਾਂ ਦੀ ਮਿਹਨਤ ਕਰ ਛੱਡੀ ਜੀ। ਕਈ ਰਾਗ ਗਾਉਣ ਦੇ ਚੱਕਰ 'ਚ ਗੁਰਬਾਣੀ ਅਸ਼ੁੱਧ ਪੜੀ ਜਾਂਦੇ ਜੀ। ਤੇ ਨਾ ਜੀ ਉਹ ਸਤਿਗੁਰੂ ਜੀ ਨੂੰ ਮਹਾਂਪੁਰਖਾਂ ਕੋਲ ਆਇਆ, ਆ ਕੇ ਕਹਿਣ ਲੱਗਾ ਜੀ ਮੈਂ ਕੀਰਤਨ ਕੀਤਾ ਤੇ ਕੋਈ ਦੱਸੋ, ਤਾਰੀਫ ਕਰੋ ਮੇਰੀ। ਅੰਦਰ ਦੀ ਇੱਛਾ ਤੇ ਹੋਈ ਸੀ, ਮੂੰਹੋਂ ਇਹ ਪੁੱਛਿਆ ਵੀ ਮੈਂ ਕੀਰਤਨ ਕੀਤਾ, ਦੱਸੋ ਕੈਸਾ ਲੱਗਾ। ਅੱਜ ਕੇ ਆਖੋ ਵਾਹਿਗੁਰੂ। ਹੁਣ ਮੈਨੂੰ ਵੀ ਇਹ ਆਦਤ ਹੈ, ਬੜੇ ਬੜੇ ਗਿਆਨੀਆਂ ਕਥਾਵਾਚਕਾਂ ਨੂੰ ਔਰ ਰਾਗੀਆਂ ਨੂੰ ਆਦਤ ਹੈ ਵੀ ਕੋਈ ਸਿਫਤ ਕਰੇ ਸਾਡੀ ਜੀ। ਉਹ ਕਹਿਣ ਲੱਗਾ ਜੀ ਕੀਰਤਨ ਕੈਸਾ ਲੱਗਾ। ਤੇ ਉਹ ਜਿਹੜੇ ਮਹਾਂਪੁਰਖ ਸਨ ਉਹ ਕਹਿਣ ਲੱਗੇ ਰਾਗਾ ਸਿਆਂ ਮਿਹਨਤ ਤੇ ਤੂੰ ਬੜੀ ਕੀਤੀ, ਕਹਿਣ ਲੱਗੇ ਮਿਹਨਤ ਵਾਲੀ ਕੋਈ ਕਮੀ ਨਹੀਂ ਛੱਡੀ, ਪਰ ਇੱਕ ਗੱਲ ਚੇਤਾ ਰੱਖ, ਮਿਹਨਤ ਤੇ ਤੂੰ ਬੜੀ ਕੀਤੀ ਪਰ ਤੇਰੀ ਰਸਨਾ ਤੇ ਗੁਰੂ ਨਾਨਕ ਨਹੀਂ ਬੋਲਦੇ, ਕਹਿਣ ਲੱਗੇ। ਫਿਰ ਪੁੱਛਿਆ ਕੀ ਬੋਲਦਾ, ਫਿਰ ਉਹਨਾਂ ਦੱਸਿਆ ਵੀ ਕੀ ਬੋਲਦਾ ਜੀ। ਉਹ ਸਾਰੀਆਂ ਗੱਲਾਂ ਦੱਸਣ ਵਾਲੀਆਂ ਨਹੀਂ। ਉਹਨਾਂ ਦੱਸਿਆ ਵੀ ਤੇਰੀ ਜ਼ੁਬਾਨ ਤੇ ਕੌਣ ਬੋਲਦਾ ਸੀਗਾ ਜੀ। ਇਹ ਕੀਰਤਨ ਦਾ ਬੜਾ ਵੱਡਾ ਲਾਭ ਜੇ, ਪਰ ਜ਼ਿੰਮੇਵਾਰੀ ਵੀ ਬੜੀ ਵੱਡੀ, ਗੁਰਬਾਣੀ ਵੀ ਆਉਣੀ ਚਾਹੀਦੀ ਹੈ। ਮੈਂ ਇੱਕ ਸਿੱਖ ਨੂੰ ਪੁੱਛਿਆ, ਉਹ ਕੀਰਤਨ ਕਰਦਾ ਸੀ, ਉਹਨੂੰ ਪੁੱਛਿਆ ਵੀ ਗੁਰਬਾਣੀ ਦੀ ਸੰਥਿਆ ਕੀਤੀ, ਕਹਿੰਦਾ ਜੀ ਨਹੀਂ। ਉਹਨੂੰ ਪੁੱਛਿਆ ਨਿਤਨੇਮ ਦੀ ਸੰਥਿਆ ਕੀਤੀ, ਕਹਿੰਦਾ ਜੀ ਨਹੀਂ। ਤੇ ਇਹ ਵੀ ਗੱਲ ਢਿੱਲੀ ਹੈ ਜੀ। ਭਾਈ ਬਾਬਕ ਜੀ ਬੜੇ ਸਿਆਣੇ ਕੀਰਤਨੀਏ ਸਨ। ਮਹਾਰਾਜ ਕਹਿੰਦੇ ਤੁਸੀਂ ਆਪਣੀ ਕਲਾ ਵਿੱਚ ਪੂਰੇ ਹੋ, ਕਹਿਣ ਲੱਗੇ। ਹਾਂਜੀ, ਪਿਤਾ ਤਹ ਆਛੀ ਗਤ ਪਾਈ, ਹਾਂਜੀ ਤਿਮਹੀ ਤੁਮਕੋ ਹੋਏ ਸੁਖ ਦਾਈ। ਆਪਣੇ ਪਿਤਾ ਜੀ ਵਾਂਗ, ਜਿਵੇਂ ਤੁਹਾਡੇ ਪਿਤਾ ਜੀ ਨੇ ਕੀਰਤਨ ਕੀਤਾ ਉਵੇਂ ਤੁਸੀਂ ਕੀਰਤਨ ਕੀਤਾ। ਤੁਹਾਡੇ ਪਿਤਾ ਜੀ ਵੀ ਕੀਰਤਨ ਕਰਕੇ ਜ਼ਿੰਦਗੀ ਸਫਲੀ ਕਰ ਗਏ, ਉਵੇਂ ਤੁਸੀਂ ਵੀ ਆਪਣੀ ਜ਼ਿੰਦਗੀ ਸਫਲੀ ਕਰ ਲਈ ਹੈ। ਹਾਂਜੀ, ਇਮ ਸੁਨ ਕੈ ਗੁਰ ਪਦ ਅਰਬਿੰਦ, ਹਾਂਜੀ ਕਰੈ ਸਪਰਸ਼ਨ ਪੁਨ ਬਿਲੰਦ। ਇਹ ਸੁਣ ਕੇ ਭਾਈ ਬਾਬਕ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਪਾਂ ਵੀ ਟੇਕੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਭਾਈ ਬਾਬਕ ਜੀ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਲੋਕ ਪਰਲੋਕ ਸਹਾਇਕ ਅਹੋ, ਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜਿਵੇਂ ਇਸ ਲੋਕ ਵਿੱਚ ਬਾਹ ਫੜੀ ਉਵੇਂ ਪਰਲੋਕ ਵਿੱਚ ਵੀ ਬਾਹ ਫੜਿਓ ਮਹਾਰਾਜ। ਲੋਕ ਪਰਲੋਕ ਵਿੱਚ ਮੇਰੀ ਸਹਾਇਤਾ ਕਰਿਓ। ਹਾਂਜੀ, ਨਹੀਂ ਅਪਰ ਕੋ ਹਮ ਨੇ ਲਹੋ। ਮਹਾਰਾਜ ਮੈਂ ਸਿਰਫ ਤੁਹਾਡੇ ਦਰ ਤੇ ਕੀਰਤਨ ਕੀਤਾ, ਮੈਂ ਹੋਰ ਕਿਤੇ ਨਹੀਂ ਗਿਆ ਜੀ। ਤੇ ਮੈਂ ਇੱਕ ਵੀਡੀਓ ਵੇਖ ਰਿਹਾ ਸਾਂ, ਪੜ੍ਹਦਾ ਤੇ ਉਹ ਗੁਰਬਾਣੀ ਦਾ ਸ਼ਬਦ ਹੀ ਹੈਗਾ ਜੀ, ਪਰ ਜਿਸ ਥਾਂ ਤੇ ਬੈਠਾ ਸ਼ਬਦ ਪੜ੍ਹ ਰਿਹਾ ਸੀ ਬੜਾ ਦੁੱਖ ਹੋ ਰਿਹਾ ਸੀਗਾ ਜੀ। ਭਾਈ ਬਾਬਕ ਜੀ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰ ਤੇ ਕੀਰਤਨ ਕੀਤਾ, ਕਿਤੇ ਹੋਰ ਨਹੀਂ ਗਿਆ। ਹਾਂਜੀ, ਨਿਜ ਸੁਤ ਕੋ ਪਾਇਓ ਸ਼ਰਨਾਈ। ਆਪਣੇ ਪੁੱਤਰ ਨੂੰ ਸੱਦਿਆ, ਮਹਾਰਾਜ ਇਹ ਮੇਰਾ ਪੁੱਤਰ ਹੈ, ਇਹਨੂੰ ਆਪਣੀ ਸ਼ਰਨ ਵਿੱਚ ਰੱਖੋ। ਹਾਂਜੀ, ਪ੍ਰਿਤ ਪਾਰੋ ਮਮ ਸਮ ਇਸਤਾਈ। ਜਿਵੇਂ ਤੁਸੀਂ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ, ਖਾਣ ਦੀ, ਪੀਣ ਦੀ, ਪਹਿਨਣ ਦੀ, ਦੁਨੀਆ ਦੇ ਸੁੱਖਾਂ ਦੀ, ਹੋਰ ਬੜੀ ਕਿਰਪਾ ਕੀਤੀ, ਉਵੇਂ ਮੇਰੇ ਪੁੱਤਰ ਉੱਤੇ ਵੀ ਮਿਹਰ ਰੱਖਿਓ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਇਹ ਵੀ ਭਾਈ ਬਾਬਕ ਜੀ ਭਲੇ ਸਨ। ਅੱਜ ਦੇ ਰਾਗੀ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਰਾਗੀ ਬਣਨ ਜੀ। ਹਾਂਜੀ, ਗ੍ਰੰਥੀ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਗ੍ਰੰਥੀ ਬਣਨ ਜੀ, ਤੇ ਗਿਆਨੀ ਵੀ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਗਿਆਨੀ ਬਣ ਜਾਣ ਜੀ। ਉਹ ਚਾਹੁੰਦੇ ਹੋਰ ਪਦਵੀਆਂ ਤੇ ਰਹਿਣ। ਹਾਂਜੀ, ਇੱਕ ਨੂੰ ਪੁੱਛ ਲਿਆ, ਉਹ ਕਹਿੰਦਾ ਜੀ ਜਿਵੇਂ ਅਸੀਂ ਜ਼ਿੰਦਗੀ ਰੋਲੀ ਉਵੇਂ ਅਸੀਂ ਲੋਕਾਂ ਦੀ ਆਪਣੇ ਬੱਚਿਆਂ ਦੀ ਥੋੜੀ ਰੋਲਣੀ ਜੀ। ਮੈਂ ਕਿਹਾ ਵੀ ਕਮਾਲ ਦੀ ਗੱਲ ਹੈ ਭਲਿਆ, ਸਾਰੀ ਉਮਰ ਗੁਰੂ ਘਰ ਵਿੱਚ ਰਹਿ ਕੇ ਜ਼ਿੰਦਗੀ ਰੁਲਦੀ ਕਿ ਜ਼ਿੰਦਗੀ ਸਵਰ ਜਾਂਦੀ ਹੈ। ਹਾਂਜੀ, ਇਹ ਭਾਵ ਰੱਖਿਆ ਜੀ। ਧੰਨ ਨੇ ਭਾਈ ਬਾਬਕ ਜੀ, ਆਪਣੇ ਪੁੱਤਰ ਨੂੰ ਅੱਗੇ ਲੈ ਕੇ ਆਂਦਾ ਜੀ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਸ਼ਰਨ ਵਿੱਚ ਮੇਰੇ ਪੁੱਤਰ ਨੂੰ ਰੱਖਿਓ। ਹਾਂਜੀ, ਹਮ ਰਾਵਰ ਕੇ ਅਹਸ ਦੀਵੇ, ਪਛਤਨ ਲਗੋ ਰਬਾਬੀ ਥੀ। ਮਹਾਰਾਜ ਅਸੀਂ ਤੇ ਪੁਸ਼ਤਾਂ ਤੋਂ ਤੁਹਾਡੇ ਘਰ ਦੇ ਰਬਾਬੀ ਆ, ਸਾਡੇ ਵੱਡੇ ਤੁਹਾਡੇ ਹਜੂਰ ਕੀਰਤਨ ਕਰਦੇ ਰਹੇ, ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਵੀ ਕੀਰਤਨ ਕਰਨ। ਹਾਂਜੀ, ਸੁਨ ਸਤਗੁਰ ਪੁਨ ਧੀਰਜ ਦੇਨ, ਹੋਏ ਇਸੀ ਵਿਦ ਕਹਿਬੋ ਕੀ। ਸੱਚੇ ਪਾਤਸ਼ਾਹ ਮਹਾਰਾਜ ਨੇ ਧੀਰਜ ਦਿੱਤਾ, ਬਾਬਕ ਜੀ ਤੁਸੀਂ ਵਾਹਿਗੁਰੂ ਜੀ ਦਾ ਨਾਮ ਜਪਦੇ ਸਰੀਰ ਤਿਆਗੋ,
ਤੁਹਾਡੇ ਬੱਚੇ ਦੀ ਇਸੇ ਤਰ੍ਹਾਂ ਹੀ ਪ੍ਰਤਪਾਲਣਾ ਹੋਏਗੀ। ਹਾਂਜੀ, ਰਹਿ ਰਬਾਬੀ ਨੰਦਨ ਤੇਰੋ, ਤੇਰਾ ਪੁੱਤਰ ਗੁਰੂ ਘਰ ਵਿੱਚ ਪੱਕਾ ਰਬਾਬੀ ਰਹੇਗਾ। ਕਹਿਣ ਲੱਗੇ ਹਾਂਜੀ, ਲਹੈ ਰਾਗ ਕੋ ਭੇਵ ਵਡੇਰੋ, ਤੇ ਦੁਨੀਆ ਦੇ ਸਾਰੇ ਰਾਗ ਇਹਨੂੰ ਆ ਜਾਣਗੇ। ਗੱਜ ਕੇ ਆਖੋ ਵਾਹਿਗੁਰੂ। ਬੰਦਾ ਮਿਹਨਤ ਕਰਦਾ ਰਹੇ ਗੁਰਮੁਖੋ, ਰਾਗ ਤੇ ਗਾਲੇਗਾ ਪਰ ਰਾਗਾਂ ਵਿੱਚ ਰਸ ਨਹੀਂ ਪੈਦਾ ਹੋਏਗਾ ਜੀ। ਇਹ ਵੀ ਗੁਰੂ ਜੀ ਦੀ ਕਿਰਪਾ, ਰਸ ਨਾਲ ਰਾਗ ਗਾਇਆ ਕਰੇਗਾ। ਕਹਿਣ ਲੱਗੇ ਹਾਂਜੀ, ਹਮ ਪਾਸ਼ੇ ਗੁਰ ਘਰ ਮੈਂ ਰਹਿ, ਤੇ ਵੇਖ ਲਓ ਗੁਰੂ ਜੀ ਆਪਣਾ ਵੀ ਇਸ਼ਾਰਾ ਗੱਲਾਂ ਗੱਲਾਂ ਚ ਕਰਨ ਦੇ। ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਾਬਕ ਜੀ ਤੁਹਾਡੇ ਪਿੱਛੋਂ ਤੇ ਸਾਡੇ ਪਿੱਛੋਂ ਤੁਹਾਡਾ ਪੁੱਤਰ ਗੁਰੂ ਘਰ ਵਿੱਚ ਕੀਰਤਨ ਕਰਿਆ ਕਰੇਗਾ ਜੀ। ਆਪਣੇ ਪਿੱਛੋਂ ਵੀ ਇਹਦਾ ਮਤਲਬ ਗੁਰੂ ਸਾਹਿਬ ਨੇ ਹੋਰ ਦੋ ਕੁ ਮਹੀਨਿਆਂ ਤੱਕ ਸਰੀਰ ਛੱਡ ਦੇਣਾ ਜੀ। ਤਾਂ ਮਹਾਰਾਜ ਨੇ ਬਚਨ ਕੀਤਾ ਤੁਹਾਡਾ ਪੁੱਤਰ ਸਾਡੇ ਪਿੱਛੋਂ ਵੀ ਕੀਰਤਨ ਕਰਿਆ ਕਰੇਗਾ। ਹਾਂਜੀ, ਖਾਨ ਪਾਨ ਤੁਮ ਸਮ ਹੀ ਲਹੈ, ਜੋ ਤੁਹਾਨੂੰ ਸੁੱਖ ਸਹੂਲਤਾਂ ਮਿਲਦੀਆਂ ਆਈਆਂ ਉਹ ਤੁਹਾਡੇ ਪੁੱਤਰ ਨੂੰ ਵੀ ਮਿਲਣਗੀਆਂ। ਕਹਿਣ ਲੱਗੇ ਹਾਂਜੀ, ਇਹ ਵੀ ਚਿੰਤ ਨਾ ਚਿਤ ਮੈਂ ਕਰੀਐ, ਤੁਸੀਂ ਆਪਣੇ ਘਰ ਪਰਿਵਾਰ ਦੀ ਚਿੰਤਾ ਨਾ ਕਰੋ। ਗੱਜ ਕੇ ਆਖੋ ਵਾਹਿਗੁਰੂ। ਇਹ ਹਰ ਇੱਕ ਰਾਗੀ ਨੂੰ ਚੇਤਾ ਹੋਣਾ ਚਾਹੀਦਾ, ਹਰ ਇੱਕ ਗਿਆਨੀ ਧਿਆਨੀ ਕਥਾਵਾਚਕ ਗ੍ਰੰਥੀ ਨੂੰ ਚੇਤਾ ਹੋਣਾ ਚਾਹੀਦਾ। ਸਤਿਗੁਰੂ ਜੀ ਨੇ ਬਚਨ ਕੀਤਾ, ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਆਪਣੇ ਪਿੱਛੇ ਦੀ ਚਿੰਤਾ ਨਾ ਕਰੋ। ਕਹਿਣ ਲੱਗੇ ਤੁਹਾਡੇ ਪਰਿਵਾਰ ਦੀ ਜ਼ਿੰਮੇਵਾਰੀ ਸਾਡੀ ਹੈ। ਕਹਿਣ ਲੱਗੇ ਹਾਂਜੀ, ਅੰਤ ਸਮਾਂ ਸਤਨਾਮ ਸਿਮਰਿਏ, ਹੁਣ ਅੰਤਮ ਸਮਾਂ ਹੈ, ਬਚਨ ਜ਼ਿਆਦਾ ਨਹੀਂ ਕਰਨੇ। ਹੁਣ ਬਸ ਸਤਨਾਮ ਸਿਮਰੋ, ਵਾਹਿਗੁਰੂ ਵਾਹਿਗੁਰੂ ਜਪੋ। ਹਾਂਜੀ, ਥਿਰ ਚਿਤ ਹੈ ਕੈ ਸਦਨ ਪਧਾਰੋ, ਜਾਓ। ਕਹਿਣ ਲੱਗੇ ਚਿੱਤ ਨੂੰ ਸਥਿਰ ਕਰੋ, ਆਪਣੇ ਘਰ ਜਾਓ, ਘਰ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪੋ। ਹਾਂਜੀ, ਪੜ੍ਹੋ ਬਸਨ ਬਦਨ ਪਰ ਧਾਰੋ, ਤੇ ਮਹਾਰਾਜ ਨੇ ਫਿਰ ਜੁਗਤ ਦੱਸੀ ਵੀ ਸਰੀਰ ਕਿਵੇਂ ਛੱਡਣਾ। ਜਾਇਓ ਤੇ ਚਿੱਟਾ ਵਸਤਰ ਆਪਣੇ ਤਨ ਤੇ ਲੈ ਦਿਓ, ਵਾਹਿਗੁਰੂ ਆਖਿਓ, ਤੁਹਾਨੂੰ ਪਤਾ ਨਹੀਂ ਲੱਗੇਗਾ ਪਰ ਤੁਸੀਂ ਸਰੀਰ ਛੱਡ ਦੋਗੇ। ਕਹਿਣ ਲੱਗੇ ਇਹ ਕਿਰਪਾ ਕਰਕੇ ਭੇਜਿਆ। ਹਾਂਜੀ, ਤਿਆਗਨ ਕਰੋ ਸੁਖੈਨ ਸਰੀਰ, ਹਾਂਜੀ, ਪੁੱਤਰ ਬਿਠਾਏ ਆਪਣੇ ਤੀਰ, ਜਦੋਂ ਸਰੀਰ ਤਿਆਗਣਾ ਆਪਣੇ ਪੁੱਤਰ ਨੂੰ ਲਾਗੇ ਬਿਠਾ ਲਿਓ। ਕਹਿਣ ਲੱਗੇ ਸਰਾਣੇ ਬਿਠਾ ਲਿਓ ਤੇ ਸੌਖਾ ਹੀ ਸਰੀਰ ਛੱਡ ਦਿਓ ਘਰ ਜਾ ਕੇ। ਹਾਂਜੀ, ਸੁਨ ਆਇਸ ਸਤਿਗੁਰ ਤੇ ਚਲਿਓ, ਸਤਿਗੁਰੂ ਜੀ ਦੇ ਕੋਲੋਂ ਆਗਿਆ ਪਾ ਕੇ ਭਾਈ ਬਾਬਕ ਜੀ ਚੱਲੇ। ਤੇ ਹੁਣ ਗੱਲ ਬੜੇ ਧਿਆਨ ਨਾਲ ਸੁਣਿਓ। ਹਾਂਜੀ, ਜਾਤੀ ਮਲਕ ਸੰਗ ਪੁੰਨ ਮਿਲਿਓ, ਤੇ ਘਰ ਜਾਂਦੇ ਜਾਂਦੇ ਰਸਤੇ 'ਚ ਪਤਾ ਕੌਣ ਮਿਲਿਆ? ਗੱਜ ਕੇ ਆਖੋ ਵਾਹਿਗੁਰੂ। ਭਾਈ ਜਾਤੀ ਮਲਕ ਜੀ ਬੜੇ ਵੱਡੇ ਸਿੱਖ ਹੋਏ, ਮਹਾਰਾਜ ਦੇ ਹਜੂਰੀ ਸਿੱਖ ਹੋਏ ਜੀ। ਭਾਈ ਜਾਤੀ ਮਲਕ ਜੀ ਰਸਤੇ ਵਿੱਚ ਮਿਲ ਪਏ। ਹਾਂਜੀ, ਮਿਰਦੁਲ ਬਾਕ ਕਹੈ ਪੈਰੀ ਪਾਣਾ, ਆਖਿਆ ਪੈਰੀ ਪੈਣਾ ਜੀ। ਸਤ ਕਰਤਾਰ ਜੀ ਬੜੇ ਮਿੱਠੇ ਬੋਲ ਬੋਲੇ ਜੀ। ਹਾਂਜੀ, ਮੈਂ ਅਬ ਆਪਣੋ ਕਰੋ ਭਿਆਣਾ, ਤੇ ਭਾਈ ਬਾਬਕ ਰਬਾਬੀ ਜੀ ਕਹਿਣ ਲੱਗੇ ਗੁਰਮੁਖੋ ਜਾਤੀ ਮਲਕ ਜੀ ਮੇਰੀ ਉਮਰ ਪੂਰੀ ਹੋ ਗਈ ਹੈ ਤੇ ਮੈਂ ਅੱਜ ਸਰੀਰ ਛੱਡ ਦੇਣਾ। ਕਹਿਣ ਲੱਗੇ ਕਮਾਲ ਦੀ ਗੱਲ। ਵੇਖੋ ਆਮ ਤੁਸੀਂ ਕਿਸੇ ਦੁਨੀਆ 'ਚ ਅੱਜ ਤੱਕ ਕੋਈ ਬੰਦਾ ਵੇਖਿਆ ਹੋਵੇ ਤੇ ਦੱਸੋ। ਸੰਸਾਰੀ ਜੀ, ਨਿਰੰਕਾਰੀ ਦੀ ਗੱਲ ਨਹੀਂ ਜੀ। ਸੰਸਾਰੀ ਵੇਖਿਆ ਤੇ ਦੱਸ ਦਿਓ ਕੋਈ ਇਸ ਤਰ੍ਹਾਂ ਦੱਸ ਕੇ ਜਾ ਰਿਹਾ ਹੋਵੇ ਜੀ। ਹਾਂਜੀ, ਬਾਬਕ ਜੀ ਜਾਤੀ ਮਲਕ ਜੀ ਨੂੰ ਕਹਿਣ ਲੱਗੇ ਅੱਜ ਮੇਰੀ ਉਮਰ ਪੂਰੀ ਹੋ ਗਈ ਹੈ, ਗੁਰੂ ਜੀ ਦੇ ਕੋਲੋਂ ਆਗਿਆ ਮਿਲ ਗਈ ਤੇ ਅੱਜ ਮੈਂ ਸਰੀਰ ਛੱਡ ਦੇਣਾ ਆਪਣਾ। ਹਾਂਜੀ, ਹੋਤੇ ਹਮਾਰੇ ਭਾਗ ਬਿਲੰਦ, ਮੇਰੇ ਬੜੇ ਵੱਡੇ ਭਾਗ। ਕਹਿਣ ਲੱਗੇ ਮੈਂ ਜਾਂਦਿਆਂ ਜਾਂਦਿਆਂ ਬਚਨ ਕਹਿ ਰਿਹਾ ਮੇਰੇ ਬੜੇ ਵੱਡੇ ਭਾਗ। ਹਾਂਜੀ, ਜਿਸ ਤੇ ਢਿੱਗ ਸ੍ਰੀ ਹਰਗੋਬਿੰਦ, ਉਹਨਾਂ ਭਾਗਾਂ ਦੇ ਸਦਕਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ 'ਚ ਬਹਿ ਕੇ ਸਾਰੀ ਉਮਰ ਕੀਰਤਨ ਕੀਤਾ। ਹਾਂਜੀ, ਜਾਤੀ ਮਲਕ ਕਹਿਓ ਤੁਵ ਧੰਨ, ਤੇ ਜਾਤੀ ਮਲਕ ਜੀ ਨੇ ਹੱਥ ਜੋੜੇ ਜੀ ਭਾਈ ਬਾਬਕ ਜੀ ਵੱਲ ਵੇਖ ਕੇ ਕਹਿਣ ਲੱਗੇ ਬਾਬਕ ਜੀ ਤੁਸੀਂ ਤੇ ਧੰਨ ਜੇ। ਕਹਿਣ ਲੱਗੇ ਤੇ ਤੁਸੀਂ ਵੀ ਆਖੋ ਧੰਨ ਭਾਈ ਬਾਬਕ ਜੀ। ਧੰਨ ਭਾਈ ਬਾਬਕ ਜੀ। ਹਾਂਜੀ, ਅੰਤ ਸਮੇਂ ਕਰ ਗੁਰੂ ਪ੍ਰਸੰਨ, ਜ਼ਿੰਦਗੀ ਦਾ ਹੋਵੇ ਅੰਤਮ ਸਮਾਂ
ते गुरु साहब दी खुशी मिल जे, होर की चाहिदा कहन लगे। हाँ जी, ਚੱਲਿਓ ਚਾਹੈ ਪਰਲੋਕ ਮਝਾਰਾ, हाँ जी, ਜਿਹ ਕੋ ਗਮਨ ਸਭਨ ਸਿਰ ਧਾਰਾ। हाँ जी। ਮੈਂ ਤਨ ਤਿਆਗਿਓ ਦੇਰ ਨਾ ਕੋਈ। ते गज के आखो वाहिगुरु। गुरसिखां दीयां गल्लां सुनो, गुरसिखां दीयां। हाँ जी, जदों आखिया ना भी जाति मलक जी नूं भी मैं शरीर त्याग देना, जाति मलक जी कहंदे तू धन है, ते आखिया चल भाई शरीर तू भी त्याग दे, कुछ दिनों बाद मैं भी छुट्टी लै लैनी कहन लगे। कुछ दिनों बाद मैं भी शरीर त्यागना, अपना शरीर त्यागना ते खेड समझी जी। वेखो जी, गुरमुख आवे जावे निसंग, आम बंदे वास्ते मरना ही एक औखा काम, सारी उम्र बंदा मौत तो ही डरिया रहिंदा जी। कीड़ी तो लैके हाथी तक सब डरदे जी, सब डरदे जी। भाई जाति मलक जी कहन लगे गुरमुखा चल भाई तेरे पिछे मैं भी आ रहा, थोड़े दिनों नूं मैं भी आग्या लै लैनी है। हाँ जी, केतिक दिवसन आयु होई, मेरी भी कुछ दिनों की उम्र रह गई, कुछ दिनों की उम्र रह गई है। हाँ जी, पुन बाबक सत संगत सारी। ते फिर भाई बाबक जी सारी संगत नूं मिले, ते संगत नूं दस्या संगत जी आपां अज शरीर छड्ड देना। गज के आखो वाहिगुरू। वेखो किड्डी खुशी ना दसन दे जी, कोई दुख है ही नहीं जी उत्थे दी, उत्थे आनंद ही इन्हां दी खुशी नाल दसन दे संगत जी आपां अज शरीर छड्ड देना है। हाँ जी, मिल मिल भले बंदना धारी, ते मिल मिल के खुशियां मनाउण दे खुशियां। ते मैं अगे भी बड़ी वारी बेनती कीता, आम बंदे नूं जिवें विआह दा चाह हुंदा ना जी, उवें गुरमुख नूं शरीर छड्डण दा चाह हुंदा जी। मिल मिल के खुशियां वाले बचन कीते जी। हाँ जी, ले सब हिन ते खुशी विसाला, सारियां ने खुशी दिती। भाई बाबक जी तुसीं धन हो, गुरबाणी दा कीर्तन करके जिंदगी सफली कर ली है। हाँ जी, ले सुत संग सदन को चाला। ते भाई बाबक जी अपने पुत्र नूं लैके घर तुर पे, हुण कल नूं फिर भाई बाबक जी शरीर छड्डणगे जी। ते पिछों भाई जाति मलक जी भी तैयार हो गए ने, मैं भी छुट्टी लै लैनी जी। हाँ जी, ये वेख लो किड्डी अश्चर्यताई वाली बात है। आम बंदे दे जीवन विच जम्मना ते मरना बड़ी वड्डी घटना च एक जी, ते कई दुर्घटना ही कहंदे मरन नूं ते जी। जम्मना ते मरना बड़ी वड्डी घटना च, पर गुरमुखां ते बस असर ही कोई नहीं है। वेखो किवें खुशी होई, खुशी नाल जाणदे, एक दूजे नूं दसदे फिरदे जी भी मैं चल जाना अज जी। हाँ जी, ते आम बंदे नूं पता लग जाए तो उहदे प्राण ही उत्थे खुशक हो जाण जी, जेड़े थोड़े बहुते रह गए वो भी औखे हो जाण जी। हैं आपां मर जाना जी, वो इन्ना दुखी हो जाए जी। सतगुरु जी किरपा करन, दया करन। इहदे तो अगला इतिहास आपां कल नूं सरवण करांगे। सतगुरु जी ने बड़ी किरपा कीती भाई बाबक जी उत्ते, उन्हां नूं आख्या अंतम समा है ते घर चलो ते सतनाम श्री ए जपो। कहन लगे जिंदगी दा समा सफला हो जाएगा। हाँ जी, आपां भी कुछ समा जपीए। हाँ जी, फिर खिमा मंगांगे। सारी संगत आखो सतनाम वाहेगुरु, सतनाम वाहेगुरु, सतनाम वाहेगुरु, सतनाम वाहेगुरु। सावधान हो के आखो, सावधान हो के, बड़ा मन एकाग्र करके। वाहेगुरु 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 वाहेगुरु
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਿਆ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਬੈਠੇ ਇਹਨੇ ਕੰਮ ਆਉਣਾ ਜੀ, ਤੇ ਬੜਾ ਕੰਮ ਆਉਣਾ ਜੀ। ਸਤਿਗੁਰੂ ਜੀ ਕਿਰਪਾ ਕਰਨ। ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰੋ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।